ਵੈਲਕਮ ਟੂ ਡੀ ਅਕੈਡਮੀ। ਆਪਾਂ ਪ੍ਰੀਵੀਅਸ ਲੈਕਚਰ ਦੇ ਵਿੱਚ ਜੋ ਆਪਣਾ ਸਿੱਖੀਜ਼ਮ ਦਾ ਲੈਕਚਰ ਚੱਲ ਰਹੇ ਨੇ ਪੰਜਾਬ ਹਿਸਟਰੀ ਨੂੰ ਲੈ ਕੇ, ਪ੍ਰੀਵੀਅਸ ਲੈਕਚਰ ਦੇ ਵਿੱਚ ਆਪਾਂ ਗੁਰੂ ਅਰਜਨ ਦੇਵ ਜੀ ਤੱਕ ਕਰ ਲਿਆ ਸੀ। ਤੋ ਅੱਜ ਆਪਾਂ ਸਟਾਰਟ ਕਰਾਂਗੇ ਜੀ 6th ਗੁਰੂ ਹੋਏ ਨੇ ਜੋ ਸਿੱਖਾਂ ਦੇ, ਗੁਰੂ ਹਰਗੋਬਿੰਦ। ਗੁਰੂ ਹਰਗੋਬਿੰਦ ਸੀ ਜੋ ਅਰਜਨ ਦੇਵ ਜੀ ਦੇ ਬੇਟੇ ਸੀ। ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਪਿਤਾ ਸ਼ਹੀਦੀ ਤੋਂ ਬਾਅਦ ਜੋ ਗੁਰਤਾ ਗੱਦੀ ਸੀ ਉਹਨਾਂ ਦੇ ਮੋਢਿਆਂ ਉੱਪਰ ਆ ਗਈ ਸੀ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਜੀ ਨੂੰ ਗੁਰੂ ਇੰਸਟਾਲ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਜੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਸਿੱਖਇਜ਼ਮ ਜੋ ਇੱਕ ਸਾਧੂ ਸੰਤਾਂ ਵਾਲਾ ਇੱਕ ਜੋ ਧਾਰਨਾ ਚੱਲ ਰਹੀ ਸੀ ਉਹਨੂੰ ਚੇਂਜ ਕਰਕੇ ਇੱਕ ਵਾਰੀਅਰ ਕਲਾਸ ਇਹਨਾਂ ਨੇ ਸਟਾਰਟ ਕਰਨੀ ਸ਼ੁਰੂ ਕਰ ਦਿੱਤੀ। ਇਹਨਾਂ ਨੇ ਜੋ ਮਸੰਦ ਰੱਖੇ ਹੋਏ ਸੀ ਸਿੱਖਇਜ਼ਮ ਦੇ ਵਿੱਚ, ਉਹਨਾਂ ਨੂੰ ਵੀ ਮੈਸੇਜ ਭੇਜਿਆ ਕਿ ਤੁਸੀਂ ਅੱਜ ਤੋਂ ਬਾਅਦ ਹੈ ਜੋ ਗਿਫਟਸ ਨੇਗੇ, ਜੋ ਜਿੰਨੀ ਵੀ ਆਫਰਿੰਗਸ ਸਿੱਖਾਂ ਦੇ ਲਈ ਆਉਂਦੀ ਜਾਂ ਸਿੱਖ ਧਰਮ ਲਈ ਆਉਂਦੀ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਥਿਆਰ ਅਤੇ ਘੋੜੇ ਭੇਜਣੇ ਤੁਸੀਂ ਸ਼ੁਰੂ ਕਰੋ। ਜੋ ਵੀ ਤੁਸੀਂ ਆਫਰਿੰਗਸ ਜੋ ਨੇ ਗੁਰੂ ਕੇ ਘਰ ਨੂੰ ਦੇ ਰਹੇ ਹੋ। ਸੋ ਬੇਸਿਕਲੀ ਉਹਨਾਂ ਨੇ ਇੱਕ ਆਰਮੀ ਜਨਰੇਟ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦੇ ਸਪੈਸ਼ਲ ਬੋਡੀ ਗਾਰਡਸ ਵੀ ਕੀ ਸੀ ਉਹਨਾਂ ਨੇ ਰੱਖੇ ਹੋਏ ਸੀਗੇ, ਜੋ 52 ਆਰਮਡ ਸਿੱਖ ਰਹਿੰਦੇ ਹੁੰਦੇ ਸੀ ਉਹਨਾਂ ਦੇ ਨਾਲ, ਹਰ ਟਾਈਮ ਤਾਇਨਾਤ ਰਹਿੰਦੇ ਸੀ ਉਹਨਾਂ ਦੀ ਸੁਰੱਖਿਆ ਦੇ ਲਈ। ਉਹਨਾਂ ਨੇ ਕੀਤਾ ਜੀ, ਮੀਰੀ ਪੀਰੀ ਨਾਮ ਦੀਆਂ 2 ਤਲਵਾਰਾਂ ਪਹਿਨਣੀਆਂ ਉਹਨਾਂ ਨੇ। ਇੱਕ ਮੀਰੀ ਸੀਗੀ ਅਧਿਆਤਮ ਦੇ ਲਈ, ਪੀਰੀ ਸੀ ਅਧਿਆਤਮ ਦੇ ਲਈ, ਅਤੇ ਮੀਰੀ ਸੀਗੀ ਆਪਦੇ ਹੱਕਾਂ ਦੇ ਲਈ ਜਾਂ ਰੱਖਿਆ ਦੇ ਲਈ, ਪ੍ਰੋਟੈਕਸ਼ਨ ਦੇ ਲਈ। ਇਹਨਾਂ ਨੇ ਇਹ ਕੰਸੈਪਟ ਲੈ ਕੇ ਆਤਾ ਮੀਰੀ ਪੀਰੀ ਦਾ, ਜੋ ਹਰਗੋਬਿੰਦ ਦੇ ਨਾਲ ਰਿਲੇਟਡ ਹੈ। ਉਸ ਤੋਂ ਬਾਅਦ ਕੀ ਹੋਇਆ, ਇੱਕ ਇਹਨਾਂ ਨੇ ਅਕਾਲ ਤਖਤ ਦੀ ਕੰਸਟਰਕਸ਼ਨ ਕਰਵਾਈ। ਹਰਿਮੰਦਰ ਸਾਹਿਬ ਦੇ ਅੱਗੇ ਇਹਨਾਂ ਨੇ ਕੰਸਟਰਕਟ ਕਰਵਾਈ ਜੀ ਅਕਾਲ ਤਖਤ, ਜਿਹਨੂੰ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਸੀਟ ਆਫ ਦ ਅਟਰਨਲ, ਕਿ ਅਕਾਲ ਦੀ ਸੀਟ ਹੈਗੀ ਇੱਥੇ। ਅਤੇ ਇੱਥੋਂ ਉਹਨਾਂ ਨੇ ਸਿੱਖਾਂ ਦੇ ਕੀ ਸੀ, ਰਾਜਨੀਤਿਕ ਮਸਲੇ ਸੀ ਜੋ ਉਹਨਾਂ ਨੂੰ ਸੁਲਝਾਉਣਾ ਸ਼ੁਰੂ ਕਰ ਦਿੱਤਾ ਸੀ ਗੁਰੂ ਹਰਗੋਬਿੰਦ ਨੇ। ਉਸ ਤੋਂ ਬਾਅਦ ਜੀ ਇਹਨਾਂ ਨੇ ਕੀ ਕੀਤਾ, ਇਸੇ ਦੇ ਤਹਿਤ ਚੱਲਦੇ ਹੋਏ, ਇੱਕ ਆਰਮਡ ਕਲਾਸ ਤਹਿਤ ਚੱਲਦੇ ਹੋਏ ਜਾਂ ਇੱਕ ਵਾਰੀਅਰ ਕਲਾਸ ਤਹਿਤ ਚੱਲਦੇ ਹੋਏ, ਉਹਨਾਂ ਨੇ ਲੋਹਗੜ੍ਹ ਨਾਮ ਦਾ ਕਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਣਵਾਇਆ ਅਤੇ ਅੰਮ੍ਰਿਤਸਰ ਨੂੰ ਫੋਰਟੀਫਾਈ ਕਰ ਦਿੱਤਾ ਲੋਹਗੜ੍ਹ ਦੇ ਕਿਲ੍ਹੇ ਦੇ ਨਾਲ। ਇਸ ਤੋਂ ਬਾਅਦ ਜੋ ਮਿਲਟਰੀ ਰਾਈਜ਼ ਹੋ ਰਹੀ ਸੀ, ਜਿਸ ਤਰ੍ਹਾਂ ਦੇ ਵੀ ਰੀਜ਼ਨਸ ਬਣ ਰਹੇ ਸੀਗੇ ਕਿ ਵਿਦਿਨ ਦਾ ਇੱਕ ਤੁਸੀਂ ਵਿਦਿਨ ਇੱਕ ਪਾਵਰਫੁਲ ਸਟੇਟ ਦੇ ਵਿੱਚ ਤੁਸੀਂ ਇੱਕ ਅਲੱਗ ਤੋਂ ਮਿਲਟਰੀ ਜਨਰੇਟ ਕਰ ਰਹੇ ਹੋ ਅਤੇ ਨਾਲ ਹੀ ਤੁਹਾਡੀ ਫੌਜ ਜਨਰੇਟ ਹੋ ਰਹੀ ਹੈ। ਇਸ ਦੇ ਨਾਲ ਗੁਰੂ ਹਰਗੋਬਿੰਦ ਨੇ ਮੁਗਲਸ ਨਾਲ ਲੜਾਈਆਂ ਵੀ ਲੜੀਆਂ ਸੀਗੀਆਂ ਅਤੇ ਉਹਨਾਂ ਦੇ ਵਿੱਚ ਉਹ ਜਿੱਤੇ ਵੀ ਸੀ, ਅਤੇ ਇਹ ਗੱਲ ਜਹਾਂਗੀਰ ਤੱਕ ਵੀ ਪਹੁੰਚ ਗਈ ਸੀ ਕਿ ਇਸ ਤਰ੍ਹਾਂ ਕਰਕੇ ਜੀ ਤੁਹਾਡੇ ਰੇਨ ਦੇ ਵਿੱਚ ਇਸ ਤਰ੍ਹਾਂ ਕਰਕੇ ਇੱਕ ਮਿਲਟਰੀ ਜਨਰੇਟ ਹੋ ਰਹੀ ਹੈ ਅਤੇ ਤੁਹਾਡੇ ਜੋ ਕਹਿ ਸਕਦੇ ਹੋ ਇੱਕ ਜੋ ਪੰਜਾਬ ਪ੍ਰੋਵਿੰਸ ਹੈਗਾ ਜਾਂ ਏਰੀਆ ਹੈਗਾ ਉਹਦੇ ਲਈ ਖਤਰਾ ਪੈਦਾ ਹੋ ਸਕਦਾ। ਉਸ ਤੋਂ ਬਾਅਦ ਜਹਾਂਗੀਰ ਨੇ ਗੁਰੂ ਹਰਗੋਬਿੰਦ ਨੂੰ ਸਮਨ ਕੀਤਾ ਅਤੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਅਰੈਸਟ ਕਰਕੇ ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਰੱਖਿਆ ਗਿਆ। ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਉਹਨੂੰ ਉਸ ਤੋਂ ਬਾਅਦ ਥੋੜ੍ਹੀ ਰਿਲਾਈਜੇਸ਼ਨ ਤੋਂ ਬਾਅਦ ਜਾਂ ਕੁਛ ਚੇਂਜਸ ਆਏ ਤਾਂ ਜਹਾਂਗੀਰ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ। ਅਤੇ ਬਟ ਰਿਹਾ ਕਰਨ ਦੇ ਸਮੇਂ ਉਹਨਾਂ ਦੇ ਨਾਲ ਆਪਣੇ ਨਾਲ ਉਹਨਾਂ ਨੇ 52 ਪਹਾੜੀ ਰਾਜਿਆਂ ਨੂੰ ਵੀ ਰਿਹਾ ਕਰਵਾਇਆ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ। ਅਤੇ ਦੀਵਾਲੀ ਵਾਲੇ ਦਿਨ ਉਹ ਅੰਮ੍ਰਿਤਸਰ ਵਿਖੇ ਪਹੁੰਚੇ। ਬਵੰਜਾ ਰਾਜਿਆਂ ਸਮੇਤ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਗੁਰੂ ਹਰਗੋਬਿੰਦ। ਅਤੇ ਉਸੇ ਦੇ ਸੰਬੰਧ ਦੇ ਵਿੱਚ ਜੋ ਸਿੱਖਾਂ ਦਾ ਦੀਵਾਲੀ ਦਾ ਤਿਉਹਾਰ ਸੀ, ਉਹ ਤਿਉਹਾਰ ਬਣ ਗਿਆ ਬੰਦੀ ਛੋੜ ਦਿਵਸ। ਸਿੱਖਇਜ਼ਮ ਦੇ ਵਿੱਚ ਦੀਵਾਲੀ ਵਾਲੇ ਦਿਨ ਹੁੰਦਾ ਗਾ ਬੰਦੀ ਛੋੜ ਦਿਵਸ, ਅਤੇ ਗੁਰੂ ਹਰਗੋਬਿੰਦ ਨੂੰ ਕਿਹਾ ਗਿਆ ਬੰਦੀ ਛੋੜ ਗੁਰੂ। ਠੀਕ ਹੈ ਜੀ। ਸੋ ਇਹ ਸੀਗੇ ਗੁਰੂ ਜੀ। ਉਹਨਾਂ ਨੇ ਕੀ ਕੀਤਾ ਜੀ, ਇਸ ਤੋਂ ਬਾਅਦ ਕੀਰਤਪੁਰ ਟਾਊਨ ਫਾਊਂਡ ਕੀਤਾ ਅਤੇ ਉੱਥੇ ਇੱਕ ਗੁਰਦੁਆਰਾ ਬਣਾਇਆ ਮੁਸਲਮਾਨਾਂ ਲਈ। ਉੱਥੇ ਉਹਨਾਂ ਨੇ ਇੱਕ ਮਸਜਿਦ ਬਣਵਾਈ ਅਤੇ ਹਿੰਦੂਆਂ ਲਈ ਇੱਕ ਟੈਂਪਲ ਬਣਵਾਇਆ। ਸੈਕੂਲਰਿਜ਼ਮ ਦਾ ਇੱਕ ਕੰਸੈਪਟ ਚਲਵਾਇਆ ਉਹਨਾਂ ਨੇ ਉੱਥੇ। ਅਤੇ ਉਸ ਤੋਂ ਬਾਅਦ ਉਹਨਾਂ ਨੇ ਸ਼ਾਹਜਹਾਂ ਦੇ ਇਹਨਾਂ ਦੇ ਬਾਅਦ ਦੇ ਵਿੱਚ ਜਹਾਂਗੀਰ ਅਤੇ ਜੋ ਹਰਗੋਬਿੰਦ ਸੀ, ਇਹਨਾਂ ਦੇ ਰਿਲੇਸ਼ਨ ਵੀ ਫਰੈਂਡਲੀ ਹੋ ਗਏ ਸੀਗੇ ਅਤੇ ਆਪਸ ਦੇ ਵਿੱਚ ਇਹ ਫਰੈਂਡਲੀ ਸ਼ਿਕਾਰ ਵਗੈਰਾ 'ਤੇ ਵੀ ਜਾਣ ਲੱਗ ਗਏ ਸੀ। ਇੱਕ ਫਰੈਂਡਲੀ ਰਿਲੇਸ਼ਨ ਉਸ ਤੋਂ ਬਾਅਦ ਇਹਨਾਂ ਦੇ ਤਿਆਰ ਹੋ ਗਏ ਸੀ। ਬਟ ਸ਼ਾਹਜਹਾਂ ਤੋਂ ਆਉਣ ਤੋਂ ਬਾਅਦ ਮੁਗਲਸ ਨੇ ਇਹਨਾਂ ਦੇ ਨਾਲ ਲੜਾਈਆਂ ਹੋਈਆਂ
ਸ਼ਾਹਜਹਾਂ ਜਦੋਂ ਆ ਗਿਆ ਜਹਾਂਗੀਰ ਤੋਂ ਬਾਅਦ, ਤਾਂ ਮੁਗਲਾਂ ਨਾਲ ਜੋ ਲੜਾਈਆਂ ਉਹਦੇ ਵਿੱਚ ਇੱਕ ਹੋਈ ਬੈਟਲ ਆਫ ਅੰਮ੍ਰਿਤਸਰ 1634 ਦੇ ਵਿੱਚ ਹੋਈ। ਤੇ ਉਸ ਤੋਂ ਬਾਅਦ ਜੀ ਇਹਨਾਂ ਨੇ ਲੜਾਈ ਤੋਂ ਬਾਅਦ ਗੁਰੂ ਜੀ ਰਿਟਾਇਰ ਕਰਕੇ ਕਰਤਾਰਪੁਰ ਚਲੇ ਗਏ, ਉੱਥੇ ਰਹਿਣ ਲੱਗੇ ਤੇ ਉੱਥੇ ਉਹਨਾਂ ਨੇ ਬਾਕੀ ਦੀ ਜ਼ਿੰਦਗੀ ਆਪਣੀ ਬਿਤਾਈ। ਗੁਰੂ ਹਰਗੋਬਿੰਦ ਜੀ ਇਹਨਾਂ ਦੇ ਜੋ ਸੀ ਮੈਰਿਡ ਲਾਈਫ ਸੀ ਉਹਦੇ ਵਿੱਚ ਇਹਨਾਂ ਦੇ 6 ਬੱਚੇ ਸੀਗੇ, ਜਿਨ੍ਹਾਂ ਦੇ ਵਿੱਚੋਂ ਗੁਰਦਿੱਤਾ, ਅਨੀ ਰਾਏ, ਸੂਰਜਮਲ, ਅਟਲ ਰਾਏ, ਤੇਗ ਬਹਾਦਰ ਤੇ ਬੀਬੀ ਵੀਰੋ ਇਹਨਾਂ ਦੇ ਬੱਚੇ ਸੀ। ਇਹਨਾਂ ਦੇ ਜੋ ਸਪਾਊਸ ਸੀ ਉਹ ਸੀਗੇ ਮਾਤਾ ਦਮੋਦਰੀ, ਮਾਤਾ ਮਰਵਾਹੀ, ਮਾਤਾ ਨਾਨਕੀ। ਬੇਸਿਕਲੀ ਇਹਨਾਂ ਦੇ 3 ਵਿਆਹ ਸੀ। ਜਿੱਦਾਂ ਇਹਨਾਂ ਨੇ ਇੱਕ ਮਿਲਟਰੀ ਰੂਪ ਤਿਆਰ ਕੀਤਾ ਸੀ, ਉਸੇ ਤਰ੍ਹਾਂ ਹੀ ਇਹ ਰਾਜਿਆਂ ਵਾਂਗੂ ਵੀ ਇਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਸੀਗਾ ਗੁਰੂ ਹਰਗੋਬਿੰਦ ਨੇ। ਉਸ ਤੋਂ ਬਾਅਦ ਗੁਰਤਾ ਗੱਦੀ ਇਹਦਾ ਨਾ ਟਾਈਮ ਪੀਰੀਅਡ ਹੈਗਾ ਜੀ 1606 ਤੋਂ ਲੈ ਕੇ 1644 ਟਾਈਮ। ਗੁਰਦਿੱਤਾ ਸੀ ਜੋ ਉਹਨਾਂ ਦੀ ਡੈਥ ਗੁਰੂ ਹਰਗੋਬਿੰਦ ਦੇ ਟਾਈਮ ਪੀਰੀਅਡ ਦੇ ਵਿੱਚ ਹੀ ਹੋ ਗਈ ਸੀਗੀ, ਇਹਨਾਂ ਦੇ ਵੱਡੇ ਬੇਟੇ ਦੀ। ਉਸ ਤੋਂ ਬਾਅਦ ਗੁਰੂ ਜੀ ਨੇ ਕੀ ਕੀਤਾ, ਉਹਨਾਂ ਦਾ ਜੋ ਗੁਰਦਿੱਤਾ ਦਾ ਬੇਟਾ ਸੀ, ਅੱਗੇ ਇਹਨਾਂ ਦਾ ਜੋ ਪੁੱਤਰ ਸੀ ਗੁਰਦਿੱਤਾ, ਇਹਨਾਂ ਦਾ ਬੇਟਾ ਸੀ ਹਰ ਰਾਏ, ਉਹਨੂੰ ਸਕਸੈਸਰ ਚੂਜ਼ ਕੀਤਾ ਗੱਦੀ ਦੇ ਲਈ। ਤੇ ਖੁਦ ਇਹਨਾਂ ਦੀ ਡੈਥ ਹੋਈ ਜਾਂ ਜੋਤੀ ਜੋਤ ਸਮਾਏ 3 ਮਾਰਚ 1644 ਨੂੰ ਕੀਰਤਪੁਰ ਵਿਖੇ ਇਹਨਾਂ ਦੀ ਡੈਥ ਹੋ ਗਈ ਜੀ। ਇਸ ਤੋਂ ਬਾਅਦ ਆਏ ਆਪਣੇ ਲਈ ਗੁਰੂ ਹਰ ਰਾਏ। ਗੁਰੂ ਹਰ ਰਾਏ ਦੇ ਰਿਲੇਸ਼ਨ ਦੇ ਵਿੱਚ ਆਪਣੇ ਲਈ ਜ਼ਿਆਦਾ ਕੋਈ ਸਾਖੀਆਂ ਵੀ ਨਹੀਂ ਮਿਲਦੀਆਂ ਜਾਂ ਰਿਕਾਰਡ ਵੀ ਨਹੀਂ ਮਿਲਦੇ, ਬਟ ਗੁਰੂ ਹਰ ਰਾਏ ਜੋ ਸੀਗੇ ਉਹ ਇੱਕ ਜੈਂਟਲ ਸੁਭਾਅ ਦੇ ਇਨਸਾਨ ਸੀਗੇ। ਜ਼ਿਆਦਾ ਕੋਈ ਤੁਸੀਂ ਕਹਿ ਸਕਦੇ ਹੋ ਵੀ ਅਧਿਆਤਮਿਕ ਹੀ ਪਰਸਨ ਸੀ ਉਹ, ਜ਼ਿਆਦਾ ਕਿੰਗਡਮ ਵਾਲੇ ਨਹੀਂ ਸੀ, ਜ਼ਿਆਦਾ ਕਹਿ ਸਕਦੇ ਤੁਸੀਂ ਆਰਮੀ ਵਗੈਰਾ ਵਾਰੀਅਰ ਰਿਲੇਸ਼ਨ ਦੇ ਨਹੀਂ ਸੀ। ਬਟ ਹਾਂ ਜ਼ਰੂਰ ਇਹਨਾਂ ਨੇ ਇੱਕ ਇਸ ਦੇ ਨਾਲ ਚੱਲਦੇ ਚੱਲਦੇ 2200 ਘੋੜਸਵਾਰ ਦੀ ਕੈਵਲਰੀ ਇਹਨਾਂ ਨੇ ਰੱਖੀ ਹੋਈ ਸੀ, ਘੋੜਸਵਾਰ ਰੱਖੇ ਹੋਏ ਸੀ। ਇਹ ਆਰਮੀ ਇਹਨਾਂ ਦੀ ਹਮੇਸ਼ਾ ਤਿਆਰ ਰਹਿੰਦੀ ਸੀ, ਬਟ ਇਹਨਾਂ ਨੇ ਕਦੇ ਉਸ ਨੂੰ ਯੂਜ਼ ਨਹੀਂ ਕੀਤਾ। ਬਟ ਪ੍ਰੋਟੈਕਸ਼ਨ ਦੇ ਲਈ ਇਹਨਾਂ ਦੀ ਇਹ ਆਰਮੀ ਤਿਆਰ ਸੀ ਜਿਹੜੀ ਇਹਨਾਂ ਨੇ ਰੱਖੀ ਹੋਈ ਸੀ ਗੁਰੂ ਹਰ ਰਾਏ ਨੇ। ਗੁਰੂ ਹਰ ਰਾਏ ਜੀ ਉਹਨਾਂ ਦਾ ਜਨਮ ਹੋਇਆ ਸੀ 16 ਜਨਵਰੀ 1630 ਨੂੰ ਕੀਰਤਪੁਰ ਵਿਖੇ, ਤੇ ਬਾਬਾ ਗੁਰਦਿੱਤਾ ਦੇ ਜਿਹੇ ਬੇਟੇ ਸੀ ਤੇ ਗੁਰੂ ਹਰਗੋਬਿੰਦ ਜੀ ਦੇ ਇਹ ਪੋਤਰੇ ਸੀਗੇ। ਉਸ ਤੋਂ ਬਾਅਦ ਜੀ ਇਹਨਾਂ ਦੀ ਮੈਰਿਜ ਹੋਈ ਮਾਤਾ ਸੁਲੱਖਣੀ ਦੇ ਨਾਲ, ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਪੈਦਾ ਹੋਏ ਰਾਮ ਰਾਏ ਤੇ ਹਰਕ੍ਰਿਸ਼ਨ। ਰਾਮ ਰਾਏ ਤੇ ਹਰਕ੍ਰਿਸ਼ਨ ਦਾ ਜਨਮ ਹੋਇਆ। ਇਹਨਾਂ ਨੇ ਗੁਰੂ ਹਰ ਰਾਏ ਨੇ ਸਟਾਰਟ ਕੀਤਾ ਸੀ ਸਿਸਟਮ ਬਖਸ਼ਿਸ਼ਾਂ ਦਾ। ਸਿੱਖੀਜ਼ਮ ਦੇ ਵਿੱਚ ਬਖਸ਼ਿਸ਼ਾਂ ਦਾ ਇਹਨਾਂ ਨੇ ਕੰਮ ਸਟਾਰਟ ਕੀਤਾ ਸੀ। ਇਹ ਬਖਸ਼ਿਸ਼ ਕੀ ਸੀ, ਬੇਸਿਕਲੀ ਮਿਸ਼ਨਰੀਜ਼ ਹੁੰਦੇ ਸੀ ਜੋ ਦੂਰ ਦੂਰ ਜਾ ਕੇ ਪ੍ਰਚਾਰ ਕਰਦੇ ਸੀ ਸਿੱਖੀਜ਼ਮ ਦਾ ਜਾਂ ਗੁਰੂ ਨਾਨਕ ਦੀਆਂ ਟੀਚਿੰਗਸ ਦਾ। ਤੇ ਗੁਰੂ ਹਰ ਰਾਏ ਖੁਦ ਵੀ ਮਾਲਵਾ ਏਰੀਆ ਦੇ ਵਿੱਚ ਟਰੈਵਲ ਕੀਤਾ। ਉਹਨਾਂ ਨੇ ਕਿ ਗੁਰੂ ਨਾਨਕ ਦੀਆਂ ਜੋ ਟੀਚਿੰਗ ਸੀ ਉਹਨਾਂ ਨੂੰ ਕਾਫੀ ਜ਼ਿਆਦਾ ਸਪਰੈਡ ਕੀਤਾ। ਇਹਨਾਂ ਨੂੰ ਇੱਕ ਫੂਲ ਨਾਮ ਦਾ ਇੱਕ ਬੱਚਾ ਸੀ, ਉਸ ਨੂੰ ਆਸ਼ੀਰਵਾਦ ਦਿੱਤਾ ਸੀ, ਤੇ ਉਸੇ ਤੋਂ ਚੱਲ ਕੇ ਹੋਏ ਫੂਲ ਨਾਮ ਤੋਂ ਚੱਲਦੇ ਹੋਏ ਅੱਗੇ ਜਾ ਕੇ ਆਪਾਂ ਦੇਖਾਂਗੇ ਫੂਲਕੀਆਂ ਨਾਮ ਦੀ ਇੱਕ ਮਿਸਲ ਤਿਆਰ ਹੋਈ ਬਹੁਤ ਵੱਡੀ, ਜਿਹਦੇ ਵਿੱਚ ਫੈਮਿਲੀ ਆਫ ਪਟਿਆਲਾ, ਨਾਭਾ ਤੇ ਜੀਂਦ ਆ ਜਾਂਦੇ ਨੇਗੇ। ਇਹਨਾਂ ਦੀ ਫੈਮਿਲੀ ਜੋ ਸੀ ਉਹ ਗੁਰੂ ਹਰ ਰਾਏ ਦੁਆਰਾ ਬਲੈਸ ਕੀਤੀ ਗਈ ਸੀ। ਦਾਰਾ ਸ਼ਿਕੋ ਜੋ ਬ੍ਰਦਰ ਸੀਗਾ ਔਰੰਗਜ਼ੇਬ ਦਾ, ਉਹ ਗੁਰੂ ਜੀ ਨੂੰ ਮਿਲਣ ਆਇਆ ਸੀ। ਤੇ ਗੁਰੂ ਜੀ ਨੂੰ ਮਿਲਣ ਆਇਆ ਤੇ ਔਰੰਗਜ਼ੇਬ ਨੇ ਫਿਰ ਗੁਰੂ ਜੀ ਨੂੰ ਸੰਮਣ ਵੀ ਕੀਤਾ ਸੀ। ਤੇ ਉਹ ਸੰਮਣ ਨੂੰ ਅੱਗੇ ਚੰਗੀ ਤਰ੍ਹਾਂ ਰਿਪਰੈਜ਼ੈਂਟ ਕਰਨ ਦੇ ਲਈ ਇਹਨਾਂ ਨੇ ਆਪਣੇ ਵੱਡੇ ਬੇਟੇ ਰਾਮ ਰਾਏ ਨੂੰ ਸੈਂਡ ਕੀਤਾ। ਰਾਮ ਰਾਏ ਇਹਨਾਂ ਨੂੰ ਸੈਂਡ ਕੀਤਾ, ਕਹਿੰਦੇ ਜਾ ਕੇ ਤੁਸੀਂ ਔਰੰਗਜ਼ੇਬ ਦੇ ਨਾਲ ਮਿਲੋ। ਔਰੰਗਜ਼ੇਬ ਦੇ ਨਾਲ ਵਾਰਤਾ ਹੋਈ। ਰਾਮ ਰਾਏ ਅਧਿਆਤਮਿਕ ਪਰਸਨ ਸੀ, ਸਪਿਰਿਚੁਅਲ ਪਰਸਨ ਸੀਗੇ ਉਹ ਵੀ, ਤੇ ਕਾਫੀ ਜ਼ਿਆਦਾ ਅਗਰ ਸਾਖੀਆਂ ਦੀ ਮੰਨੀਏ ਤਾਂ ਇੱਕ ਕਹਿ ਸਕਦੇ ਹੋ ਕਿ ਸੁਪਰਨੈਚੁਰਲ ਪਰਸਨ ਜੋ ਪਾਵਰਸ ਹੁੰਦੀਆਂ ਉਹ ਵੀ ਓਕੂਪਾਈ ਕਰਦੇ ਸੀ ਉਹ। ਬਟ ਆਪਾਂ ਰਿਲੀਜੀਅਸ ਫੈਕਟਰ ਦੇ ਵਿੱਚ ਨਾ ਜਾ ਕੇ ਸਿਰਫ ਕੰਮ ਦੀ ਗੱਲ ਕਰੀਏ। ਰਾਮ ਰਾਏ ਉੱਥੇ ਗਏ, ਉਹਨਾਂ ਨੇ ਕੀ ਕੀਤਾ ਕਿ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਇੱਕ ਜੋ ਬਾਣੀ ਦੀ ਤੁਕ ਸੀ ਉਹਨੂੰ ਚੇਂਜ ਕਰ ਦਿੱਤਾ, ਜਿਸ ਤਰ੍ਹਾਂ ਅਸੀਂ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਉਹਦੇ ਵਿੱਚ ਉਹਨਾਂ ਨੇ ਕਹਿਤਾ ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ। ਜਦੋਂ ਇਸ ਚੀਜ਼ ਦਾ ਗੁਰੂ ਹਰ ਰਾਏ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਦੇ ਲਈ ਰਾਮ ਰਾਏ ਨੇ ਕੀ ਹੈ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਚੇਂਜਸ ਕੀਤੇ ਨੇ ਉਹਨਾਂ ਦੇ ਸਾਹਮਣੇ, ਤਾਂ ਉਹਨਾਂ ਨੇ ਰਾਮ ਰਾਏ ਨੂੰ ਕੀ ਹੈ ਨਿਸਕਾਰ ਦਿੱਤਾ ਵੀ ਉਸ ਨੂੰ ਫੈਮਿਲੀ ਦੇ ਵਿੱਚੋਂ ਕੱਢ ਦਿੱਤਾ। ਉਹਨੂੰ ਕਹਿ ਦਿੱਤਾ ਵੀ ਸਾਡੇ ਲਈ ਅੱਜ ਤੋਂ ਬਾਅਦ ਆਏ ਇਹਨਾਂ ਤੋਂ। ਰਾਮ ਰਾਏ ਨੂੰ ਛੱਡਣ ਤੋਂ ਬਾਅਦ ਇਹਨਾਂ ਨੇ ਆਪਣੀ ਜੋ ਗੱਦੀ ਸੀ ਉਹ ਪਾਸ ਆਊਟ ਕੀਤੀ ਜੀ ਆਪਣੇ ਛੋਟੇ ਬੇਟੇ ਹਰਕ੍ਰਿਸ਼ਨ ਨੂੰ। ਗੁਰੂ ਹਰਕ੍ਰਿਸ਼ਨ ਨੂੰ ਇਹਨਾਂ ਦੀ ਜੋ ਡੈਥ ਹੋ ਗਈ ਸੀ ਉਹ 6 ਅਕਤੂਬਰ 1661 ਨੂੰ ਇਹਨਾਂ ਦੀ ਡੈਥ ਹੋ ਗਈ ਸੀ। ਸੋ ਇਹਨਾਂ ਦਾ ਬੇਸਿਕਲੀ ਟਾਈਮ ਪੀਰੀਅਡ ਰਿਹਾ 1644 ਤੋਂ ਲੈ ਕੇ
1661 ਇਹ ਇਹਨਾਂ ਦਾ ਟਾਈਮ ਪੀਰੀਅਡ ਹੈ। 1661 ਦੇ ਵਿੱਚ ਨੇ ਡੈਥ ਹੋ ਗਈ। ਤੇ ਇਸ ਤੋਂ ਬਾਅਦ ਆਏ ਆਪਣੇ ਲਵੇ ਗੁਰੂ ਹਰਕ੍ਰਿਸ਼ਨ, ਜਿਨ੍ਹਾਂ ਨੂੰ ਆਪਾਂ ਬਾਲ ਗੁਰੂ ਦੇ ਨਾਮ ਨਾਲ ਵੀ ਜਾਣਦੇ ਹਾਂ ਜੀ। ਗੁਰੂ ਹਰਕ੍ਰਿਸ਼ਨ ਦਾ ਜਨਮ 7 ਜੁਲਾਈ 1656 ਨੂੰ ਕੀਰਤਪੁਰ ਵਿਖੇ ਹੋਇਆ ਤੇ 5 ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਲਵੇ ਜੋ ਗੁਰਤਾ ਗੱਦੀ ਸੀ ਇਹਨਾਂ ਦੇ ਉੱਪਰ ਆ ਗਈ ਸੀਗੀ। ਉਦੋਂ ਇਹਨਾਂ ਦੇ ਪਿਤਾ ਦੀ ਡੈਥ ਹੋ ਗਈ ਤਾਂ 5 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੂੰ ਗੁਰੂਸ਼ਿਪ ਲੈਣੀ ਪਈ। ਇਹਨਾਂ ਦੇ ਵਿੱਚ ਇੱਕ ਐਬਿਲਿਟੀ ਸੀਗੀ ਗੁਰੂ ਹਰਕ੍ਰਿਸ਼ਨ ਦੇ ਵਿੱਚ ਕਿ ਟੀਚਿੰਗ 'ਚ ਜੋ ਹੁੰਦੀਆਂ ਸੀ ਜਾਂ ਜੋ ਵਿਆਖਿਆ ਹੁੰਦੀ ਸੀ ਉਹਨੂੰ ਬਹੁਤ ਹੀ ਇੱਕ ਇਹੋ ਜਿਹੇ ਢੰਗ ਨਾਲ ਕਰਦੇ ਸੀ ਕਿ ਵੱਡੇ ਵੱਡੇ ਫਿਲਾਸਫਰ ਵੀ ਉੱਦਾਂ ਦੀ, ਵਿਦਵਾਨ ਵੀ ਇੱਦਾਂ ਦੀ ਵਿਆਖਿਆ ਨਹੀਂ ਕਰ ਸਕਦੇ ਸੀ। ਇਸ ਤਰ੍ਹਾਂ ਦੇ ਚੀਜ਼ਾਂ ਨਾਲ ਉਹ ਸਮਝਾਉਂਦੇ ਹੁੰਦੇ, ਇਸ ਤਰ੍ਹਾਂ ਦੀ ਵਿਆਖਿਆ ਦੇ ਨਾਲ ਸਮਝਾਉਂਦੇ। ਇਸ ਤੋਂ ਬਾਅਦ ਜੀ ਰਾਮ ਰਾਏ ਨੇ ਕੀ ਕੀਤਾ, ਜੋ ਆਪਾਂ ਦੇਖਿਆ ਸੀ ਨਿਸਕਾਰ ਦਿੱਤਾ ਸੀ ਗੁਰੂ ਨੇ, ਇਹਨੇ ਆਪਣਾ ਕਲੇਮ ਰੱਖਿਆ। ਕਹਿੰਦਾ ਜੀ ਮੇਰੀ ਗੱਦੀ ਹੈ, ਮੈਨੂੰ ਦਿੱਤੀ ਜਾਵੇ। ਇਹ ਲੈ ਕੇ ਮੁੱਦਾ ਲੈ ਕੇ ਔਰੰਗਜ਼ੇਬ ਦੇ ਕੋਲ ਚਲਾ ਗਿਆ। ਔਰੰਗਜ਼ੇਬ ਨੇ ਗੁਰੂ ਹਰਕ੍ਰਿਸ਼ਨ ਨੂੰ ਬੁਲਾਇਆ ਕਿ ਕਹਿੰਦੇ ਆਓ ਤੁਸੀਂ ਆਪਣਾ ਆ ਕੇ ਪੱਖ ਰੱਖੋ, ਕੀ ਕਹਿ ਰਹੇ ਹੋ ਤੁਸੀਂ। ਤੇ ਇਸੇ ਦੇ ਚੱਲਦੇ ਹੋਏ ਗੁਰੂ ਹਰਕ੍ਰਿਸ਼ਨ ਦਿੱਲੀ ਦੇ ਵਿੱਚ ਗਏ। ਹਰਕ੍ਰਿਸ਼ਨ ਜੋ ਦਿੱਲੀ ਦੇ ਵਿੱਚ ਪਹੁੰਚੇ ਤਾਂ ਇਹਨਾਂ ਨੂੰ ਦੇਖਣ ਦੇ ਲਈ ਬਹੁਤ ਹੀ ਜ਼ਿਆਦਾ ਦਿੱਲੀ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਉੱਥੇ ਇਹ ਇੱਕ ਘਰ ਦੇ ਵਿੱਚ ਰਹੇ ਜਿੱਥੇ ਅੱਜ ਕੱਲ੍ਹ ਬੰਗਲਾ ਸਾਹਿਬ ਗੁਰਦੁਆਰਾ ਬਣਿਆ ਹੋਇਆ। ਉਹ ਪਹਿਲਾਂ ਇੱਕ ਘਰ ਹੁੰਦਾ ਸੀਗਾ ਰਾਜਪੂਤ ਰਾਜਾ ਜੈ ਸਿੰਘ ਰਸੀਨਾ ਦਾ। ਮਿਰਜ਼ਾ ਜੈ ਸਿੰਘ ਰਸੀਨਾ ਦਾ ਘਰ ਸੀ ਉਹ, ਜਿਸ ਨੂੰ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਕਹਿੰਦੇ ਨੇ। ਉੱਥੇ ਜਾ ਕੇ ਗੁਰੂ ਹਰਕ੍ਰਿਸ਼ਨ ਰਹੇ ਤੇ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਇਕੱਠੀ ਹੋਣ ਲੱਗੀ। ਉਸ ਟਾਈਮ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਜ਼ਿਆਦਾ ਫੈਲੀ ਹੋਈ ਸੀ ਤੇ ਇਹਨਾਂ ਦੇ ਲਈ ਬਲੈਸਿੰਗਸ ਲਈ ਆਉਂਦੇ ਤਾਂ ਬਲੈਸਿੰਗਸ ਨਾਲ ਠੀਕ ਹੁੰਦੇ ਜਾਂਦੇ ਰਹਿੰਦੇ ਤੇ ਉਸੇ ਤੋਂ ਨਾਲ ਇਹਨਾਂ ਨੂੰ ਵੀ ਚੇਚਕ ਹੋ ਗਿਆ ਉੱਥੇ। ਤੇ ਉੱਥੇ ਹੀ ਇਸੇ ਬਿਮਾਰੀ ਦੇ ਚੱਲਦੇ ਹੋਏ ਇਹਨਾਂ ਦੀ ਜੋ ਕੀ ਸੀ ਗੁਰੂ ਹਰਕ੍ਰਿਸ਼ਨ ਜੀ ਦੀ ਕੀ ਸੀਗੀ ਡੈਥ ਹੋ ਗਈ ਜੀ ਚੇਚਕ ਦੀ ਬਿਮਾਰੀ ਦੇ ਨਾਲ। 30 ਮਾਰਚ 1664 ਨੂੰ ਇਹ ਚੱਲ ਬਸੇ। ਜਾਣ ਤੋਂ ਪਹਿਲਾਂ ਇਹਨਾਂ ਨੇ ਇੱਕ ਨਾਮ ਜੋ ਦਿੱਤਾ, ਇੱਕ ਹਿੰਟ ਦਿੱਤਾ। ਜਦੋਂ ਸਾਰੇ ਹੀ ਓਬਵੀਅਸਲੀ ਸਿੱਖ ਸੀਗੇ, ਸੋਚ ਰਹੇ ਸੀ ਨੈਕਸਟ ਗੁਰੂ ਕੌਣ ਹੋਊਗਾ, ਤਾਂ ਗੁਰੂ ਹਰਕ੍ਰਿਸ਼ਨ ਨੇ ਇੱਕ ਹਿੰਟ ਦਿੱਤਾ ਸੀ। ਇਹਨਾਂ ਨੇ ਕਿਹਾ ਸੀ ਬਾਬਾ ਬਕਾਲਾ, ਵੀ ਬਕਾਲਾ ਜਗ੍ਹਾ 'ਤੇ ਤੁਹਾਨੂੰ ਕੋਈ ਨੈਕਸਟ ਗੁਰੂ ਮਿਲ ਜੂਗਾ। ਹੁਣ ਇਸ ਤੋਂ ਬਾਅਦ ਆਪਣੇ ਲਈ ਗੱਲ ਆ ਜਾਂਦੀ ਹੈਗੀ 9th ਗੁਰੂ 'ਤੇ, ਜੋ ਕਿ ਆਲਰੇਡੀ ਗੁਰੂ ਹਰਗੋਬਿੰਦ ਦੇ ਸਾਰਿਆਂ ਨਾਲੋਂ ਛੋਟੇ ਬੇਟੇ ਸੀਗੇ ਗੁਰੂ ਤੇਗ ਬਹਾਦਰ। ਗੁਰੂ ਤੇਗ ਬਹਾਦਰ ਜੀ ਦਾ ਟਾਈਮ ਪੀਰੀਅਡ ਰਿਹਾ ਜੀ 1621 ਤੋਂ 1675। ਜਨਮ ਇਹਨਾਂ ਦਾ 1621 ਤੋਂ ਅੰਮ੍ਰਿਤਸਰ ਵਿਖੇ ਹੋਇਆ ਤੇ ਪਿਤਾ ਸੀ ਇਹਨਾਂ ਦੇ ਹਰਗੋਬਿੰਦ ਤੇ ਮਾਤਾ ਸੀ ਇਹਨਾਂ ਦੀ ਨਾਨਕੀ ਜੀ। ਤੇ ਇਹਨਾਂ ਦੇ ਜੋ ਵਾਈਫ ਸੀ ਉਹਨਾਂ ਦਾ ਨਾਮ ਸੀ ਗੁਜਰੀ। ਗੁਰੂ ਜੀ ਨੇ ਕੀ ਕੀਤਾ ਜੀ, ਇਹਨਾਂ ਨੂੰ ਜ਼ਿਆਦਾ ਕੋਈ ਰਿਲੇਸ਼ਨ ਇੰਟਰਸਟ ਨਹੀਂ ਸੀਗਾ ਚੀਜ਼ਾਂ ਦੇ ਵਿੱਚ, ਗੁਰਤਾ ਗੱਦੀ ਦੇ ਵਿੱਚ ਜਾਂ ਇਹੋ ਜਿਹੀਆਂ ਗੱਲਾਂ ਦੇ ਜਾਂ ਰਾਜਨੀਤਿਕ ਚੀਜ਼ਾਂ ਦੇ ਵਿੱਚ। ਸੋ ਬੇਸਿਕਲੀ ਆਪਣੇ ਪਿਤਾ ਦੀ ਡੈਥ ਤੋਂ ਬਾਅਦ ਇਹਨਾਂ ਨੇ ਕੀਰਤਪੁਰ ਛੱਡ ਦਿੱਤਾ ਸੀ ਆਪਣੀ ਪਿਤਾ ਦੀ ਡੈਥ ਤੋਂ ਬਾਅਦ, ਤੇ ਜਾ ਕੇ ਬਕਾਲਾ ਵਿਖੇ ਸੈਟਲ ਹੋ ਗਏ ਸੀਗੇ। ਮੇਨ ਸਿੱਖੀਜ਼ਮ ਦਾ ਜੋ ਜਿੰਨਾ ਵੀ ਕੰਸੈਪਟ ਚੱਲ ਰਿਹਾ, ਸਿੱਖ ਧਰਮ ਦਾ ਜੋ ਕੰਸੈਪਟ ਚੱਲ ਰਿਹਾ ਸੀ, ਉਹ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਤੇ ਮੈਂ ਇਸ ਚੀਜ਼ਾਂ ਵਿੱਚ ਇਨਵੋਲਵ ਨਹੀਂ ਹੋਣਾ। ਤੇ ਉੱਥੇ ਇਹਨਾਂ ਨੇ ਕਰੀਬ 20 ਸਾਲ ਬਕਾਲਾ ਦੇ ਵਿੱਚ ਬਿਤਾਏ ਤੇ ਉੱਥੇ ਆਪਣੀ ਇਹ ਸਪਿਰਿਚੁਅਲ ਅਧਿਆਤਮਕ ਜੀਵਨ ਇੱਕ ਜਿਉਂਦੇ ਸੀਗੇ, ਇੱਕ ਪੀਸਫੁਲ ਜੀਵਨ ਇਹਨਾਂ ਨੇ ਜਿਉਣ ਦੇ ਲਈ ਸਮਝਿਆ ਆਪਣਾ। ਉੱਥੇ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਜੀ ਇਹਨਾਂ ਨੇ। ਉਸ ਤੋਂ ਬਾਅਦ ਕੀ ਹੋਇਆ, ਇੱਕ ਮੱਖਣ ਸ਼ਾਹ ਲੁਬਾਣਾ ਨਾਮ ਦਾ ਟਰੇਡਰ ਸੀਗਾ। ਜਦੋਂ ਹਰਕ੍ਰਿਸ਼ਨ ਨੇ ਕਿਹਾ ਸੀ ਵੀ ਇੱਥੇ ਬਕਾਲਾ ਦਾ ਨਾਮ ਲਿੱਤਾ ਸੀ, ਤਾਂ ਮੱਖਣ ਸ਼ਾਹ ਲੁਬਾਣਾ ਨੇ ਇੱਕ ਗੁਰੂ ਜੀ ਨੂੰ ਬਕਾਲਾ ਦੇ ਵਿੱਚ ਜਾ ਕੇ ਲੱਭਿਆ ਵੀ ਇਹ ਨੈਕਸਟ ਗੁਰੂ ਨੇਗੇ। ਹਰਗੋਬਿੰਦ ਦੇ ਬੇਟੇ ਸੀ, ਓਬਵੀਅਸਲੀ ਇਹਨਾਂ ਨੂੰ ਉੱਥੇ ਲੱਭਿਆ ਗਿਆ। ਜੋ ਵੀ ਸਾਖੀਆਂ ਵਗੈਰਾ ਜਾਂ ਸਟੋਰੀਜ਼ ਵਗੈਰਾ ਚੱਲ ਰਹੀਆਂ ਨੇ ਕਿਸੇ ਵੀ ਰਿਲੇਸ਼ਨ ਦੇ ਵਿੱਚ। ਉਸ ਤੋਂ ਬਾਅਦ ਇਹਨਾਂ ਨੂੰ ਸਾਰੀ ਸੰਗਤ ਇਕੱਠੀ ਹੋ ਕੇ ਕਹਿੰਦੇ ਜੀ ਤੁਸੀਂ ਨੈਕਸਟ ਗੁਰੂ ਹੋ, ਆਓ ਤੁਸੀਂ ਨਾਲ ਚੱਲੋ ਸਾਡੇ। ਇਹਨਾਂ ਨੂੰ ਲੈ ਕੇ ਆਏ, ਅੰਮ੍ਰਿਤਸਰ ਵਿਖੇ ਪਹੁੰਚੇ ਤਾਂ ਅੰਮ੍ਰਿਤਸਰ ਦੇ ਉੱਪਰ ਜੋ ਕਬਜ਼ਾ ਸੀ ਉਹ ਕਰਪਟ ਗ੍ਰੰਥੀਆਂ ਦਾ ਕਬਜ਼ਾ ਸੀ, ਕਰਪਟ ਪ੍ਰੀਸਟਾਂ ਦਾ ਕਬਜ਼ਾ ਹੋ ਗਿਆ ਸੀ। ਉਸ ਤੋਂ ਬਾਅਦ ਤਾਂ ਉਹਨਾਂ ਨੇ ਕੀ ਹੈ, ਜੋ ਇਹ ਅੰਮ੍ਰਿਤਸਰ ਆਏ ਤਾਂ ਇਹਨਾਂ ਨੇ ਇਹਨਾਂ ਦੇ ਉੱਪਰ ਬਾਰ ਲਗਾ ਦਿੱਤੇ, ਇਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ। ਉਸ ਤੋਂ ਬਾਅਦ ਉੱਥੋਂ ਵੀ ਚਲੇ ਗਏ ਗੁਰੂ ਜੀ ਸੰਗਤ ਦੇ ਨਾਲ। ਉੱਥੋਂ ਚੱਲਦੇ ਹੋਏ ਇਹ ਕੀਰਤਪੁਰ ਵਿਖੇ ਪਹੁੰਚੇ। ਕੀਰਤਪੁਰ ਦੇ ਇੱਥੇ ਇਹਨਾਂ ਦਾ ਜੋ ਭਤੀਜਾ ਸੀਗਾ ਧੀਰਮਲ, ਉਸਨੇ ਵੀ
ਕੀਰਤਪੁਰ ਤੋਂ ਇਹਨਾਂ ਨੂੰ ਕੱਢ ਦਿੱਤਾ ਜੀ, ਕਹਿੰਦੇ ਤੁਸੀਂ ਇੱਥੇ ਵੀ ਨਹੀਂ ਰਹਿ ਸਕਦੇ, ਜਾਓ ਇੱਥੋਂ। ਸੋ ਇਹਨਾਂ ਨੇ ਬੇਸਿਕਲੀ ਕੀਰਤਪੁਰ ਤੋਂ 5 ਕਿਲੋਮੀਟਰ ਇੱਧਰ ਆ ਕੇ ਜਗ੍ਹਾ ਮੁੱਲ ਲੈ ਲਈ, ਜੋ ਉੱਥੋਂ ਦੇ ਪਹਾੜੀ ਰਾਜੇ ਸੀਗੇ। ਰਾਜਾ ਦੀਪ ਚੰਦ ਸੀ ਕਲਹੂਰ ਦਾ, ਉਸ ਤੋਂ ਬਿਲਾਸਪੁਰ ਦਾ, ਉਹ ਤੋਂ ਜਗ੍ਹਾ ਮੁੱਲ ਲੈ ਲਈ ਤੇ ਉੱਥੇ ਇਹਨਾਂ ਨੇ ਟਾਊਨ ਐਸਟੈਬਲਿਸ਼ ਕੀਤਾ ਚੱਕ ਨਾਨਕੀ, ਜੋ ਕਿ ਬਾਅਦ ਦੇ ਵਿੱਚ ਆਨੰਦਪੁਰ ਨਾਮ ਦੇ ਨਾਂ ਮਸ਼ਹੂਰ ਹੋਇਆ। ਆਨੰਦਪੁਰ, ਚੱਕ ਨਾਨਕੀ। ਬੇਸਿਕਲੀ ਉਸ ਤੋਂ ਬਾਅਦ ਜੀ ਗੁਰੂ ਤੇਗ ਬਹਾਦਰ ਜੀ ਨੇ ਜਰਨੀਆਂ ਕੀਤੀਆਂ, ਕਾफ़ी ਦੂਰ ਦੂਰ ਤੱਕ ਗਏ, ਅਸਾਮ ਤੱਕ ਗਏ ਉਹ, ਮਿਰਜ਼ਾਪੁਰ ਯੂਪੀ, ਤੇ ਕਾफ़ी ਦੂਰ ਦੂਰ ਜਾ ਕੇ ਇਹਨਾਂ ਨੇ ਗੁਰੂ ਨਾਨਕ ਦੀਆਂ ਟੀਚਿੰਗ ਸੀਗੀਆਂ ਜਿਹੜੀਆਂ ਉਹਨਾਂ ਨੂੰ ਕਾफ़ी ਦੂਰ ਤੱਕ ਫੈਲਾਇਆ। ਉਸੇ ਦੇ ਚੱਲਦੇ ਹੋਏ ਇਹਨਾਂ ਦੀਆਂ ਜੋ ਜਰਨੀ ਸੀਗੀਆਂ ਦਿੱਲੀ, ਆਗਰਾ, ਇਲਾਹਾਬਾਦ, ਬਨਾਰਸ, ਗਿਆ ਤੇ ਮਿਰਜ਼ਾਪੁਰ, ਧੁਬਰੀ ਅਸਾਮ ਦੇ ਵਿੱਚ, ਤੇ ਹਮੋਸ ਫੋਰਸਸ ਸੀਗੀਆਂ ਜੋ ਅਸਾਮ ਦੀਆਂ, ਤੇ ਰਾਜਾ ਅੰਬੇਰ ਸਿੰਘ ਦਾ ਜੋ ਰੌਲਾ ਚੱਲ ਰਿਹਾ ਸੀ ਉਸ ਨੂੰ ਵੀ ਇਹਨਾਂ ਨੇ ਸੁਲਝਾਇਆ। ਇਸੇ ਦੇ ਚੱਲਦੇ ਇਹਨਾਂ ਦੀ ਵਾਈਫ ਨਾਲ ਸੀਗੀ ਗੁਜਰੀ, ਤੇ ਉਹਨਾਂ ਦੇ ਪ੍ਰੈਗਨੈਂਸੀ ਚੱਲਦੇ ਹੋਏ ਉਹਨਾਂ ਨੂੰ ਪਟਨਾ ਦੇ ਵਿੱਚ ਛੱਡ ਦਿੱਤਾ, ਤੇ ਉੱਥੇ ਜੀ ਪਟਨਾ ਦੇ ਵਿੱਚ ਜਨਮ ਹੋਇਆ ਗੋਬਿੰਦ ਰਾਏ ਦਾ 1666 ਨੂੰ। ਗੋਬਿੰਦ ਰਾਏ ਮਾਤਾ ਗੁਜਰੀ ਵੱਲੋਂ ਜਨਮ ਦਿੱਤਾ ਗਿਆ ਗੋਬਿੰਦ ਰਾਏ ਨੂੰ, ਤੇ ਉਸ ਤੋਂ ਬਾਅਦ ਵਾਪਸ ਆਉਂਦੇ ਹੋਏ ਜਦੋਂ ਅਸਾਮ ਵਗੈਰਾ ਤੋਂ ਵਾਪਸ ਆਏ ਤਾਂ ਵਾਪਸ ਆ ਕੇ ਇਹ ਦੁਬਾਰਾ ਅਨੰਦਪੁਰ ਪਹੁੰਚੇ। ਫਿਰ ਇਸੇ ਤੋਂ ਬਾਅਦ ਜਦੋਂ ਆਪਾਂ ਰਿਲੀਜੀਅਸ ਕਹਾਣੀਆਂ ਦੇਖੀਆਂ ਨੇ ਕਿ ਕਸ਼ਮੀਰੀ ਪੰਡਤਾਂ ਜੋ ਰੌਲਾ ਚੱਲ ਰਿਹਾ ਸੇ ਚੱਲਦੇ ਹੋਏ ਗੁਰੂ ਜੀ ਨੂੰ ਸਮਨ ਕੀਤਾ ਗਿਆ ਦਿੱਲੀ ਪਹੁੰਚਣ ਦੇ ਲਈ, ਤੇ ਜਦੋਂ ਉਹ ਆਗਰਾ ਤੱਕ ਪਹੁੰਚੇ ਤਾਂ ਉਹਨਾਂ ਨੂੰ ਉੱਥੇ ਅਰੈਸਟ ਕਰ ਲਿਆ ਗਿਆ। ਅਰੈਸਟ ਕਰਨ ਤੋਂ ਬਾਅਦ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ਼ੀਸ਼ਗੰਜ ਹੈ, ਗੁਰੂ ਤੇਗ ਬਹਾਦਰ ਜੀ ਨੂੰ ਐਗਜ਼ੀਕਿਊਟ ਕਰ ਦਿੱਤਾ ਜੀ। ਨਾਲ ਸੀ ਇਹਨਾਂ ਦੇ ਮਤੀਦਾਸ ਤੇ ਭਾਈ ਦਿਆਲਾ। 11 ਨਵੰਬਰ 1675 ਨੂੰ ਇਹਨਾਂ ਨੂੰ ਐਗਜ਼ੀਕਿਊਟ ਕਰ ਦਿੱਤਾ, ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤੇ ਸੈਕਿੰਡ ਤੁਹਾਡੇ ਗੁਰੂ ਸੀ ਜੋ ਸਿੱਖੀਜ਼ਮ ਦੇ ਵਿੱਚ ਉਹ ਪੈਦਾ ਹੋ ਗਏ, ਗੁਰੂ ਤੇਗ ਬਹਾਦਰ ਜੀ ਸੈਕਿੰਡ ਸ਼ਹੀਦ ਗੁਰੂ। ਇਸ ਦੇ ਚੱਲਦੇ ਹੋਏ ਜੀ ਜੋ ਗੁਰਦੁਆਰਾ ਸ਼ੀਸ਼ਗੰਜ ਹੈਗਾ ਜੋ ਬਣਵਾਇਆ ਸੀ, ਉਹਦੇ ਲਈ ਆਪਣੇ ਲਈ 1 ਨੰਬਰ ਦੇ ਜੋ ਕੁਐਸਚਨ ਬਣ ਸਕਦਾ ਇਸੇ ਦੇ ਚੱਲਦੇ ਚਾਂਦਨੀ ਚੌਕ ਦੇ ਵਿੱਚ ਉਹ ਬਣਾਇਆ ਸੀ ਬਘੇਲ ਸਿੰਘ ਨੇ। ਮਿਸਲਾਂ ਦੇ ਵਿੱਚ ਆਪਾਂ ਦੇਖਾਂਗੇ ਅੱਗੇ ਜਾ ਕੇ ਬਘੇਲ ਸਿੰਘ ਨੇ ਉਹ ਬਿਲਡ ਕਰਵਾਇਆ ਸੀ। ਇਸ ਤੋਂ ਬਾਅਦ ਇਹਨਾਂ ਦਾ ਹੈੱਡ ਸੀ ਜੋ ਉਹ ਅਨੰਦਪੁਰ ਸਾਹਿਬ ਵਿਖੇ ਵਾਪਸ ਲਿਆਤਾ ਗਿਆ ਜੀਵਨ ਜੀ ਵੱਲੋਂ, ਤੇ ਇਹਨਾਂ ਦੀ ਜੋ ਬਾਡੀ ਸੀਗੀ ਉਹਨੂੰ ਉੱਥੇ ਹੀ ਸੰਸਕਾਰ ਕੀਤਾ ਗਿਆ। ਕਿਸੇ ਲੋਕਲ ਨੇ ਆਪਣੇ ਘਰ ਦੇ ਵਿੱਚ ਇੱਦਾਂ ਦਾ ਕੁਝ ਹੋਇਆ ਸੀ, ਕੋਈ ਆਈ ਥਿੰਕ ਸਾਖੀ ਸੀ, ਤੇ ਉੱਥੇ ਉਹਦਾ ਸੰਸਕਾਰ ਕੀਤਾ ਗਿਆ, ਹੈਡ ਨੂੰ ਲਿਆਤਾ ਗਿਆ। ਤੇ ਇਸ ਤੋਂ ਬਾਅਦ ਇਹਨਾਂ ਦੀ ਡੈਥ ਤੋਂ ਬਾਅਦ ਜੋ 1675 ਦੇ ਵਿੱਚ ਆਪਣੇ ਕੋਲ ਗੁਰਤਾ ਗੱਦੀ ਕਿਹਦੇ ਲਵੇ ਆ ਗਈ? ਗੁਰੂ ਗੋਬਿੰਦ ਰਾਏ। ਗੋਬਿੰਦ ਰਾਏ ਕੋਲ ਗੁਰਤਾ ਗੱਦੀ ਇੱਥੇ ਇਹਨਾਂ ਕੋਲ ਆ ਗਈ ਜੀ। ਹੁਣ ਇਹਨਾਂ ਦੇ ਜੋ ਗੁਰੂ ਤੇਗ ਬਹਾਦਰ ਜੀ ਦੇ ਕੰਪੋਜੀਸ਼ਨ ਹੈਗੀ, ਇਹਨਾਂ ਨੇ ਬਾਣੀ ਦੀ ਵੀ ਰਚਨਾ ਕੀਤੀ ਹੈ ਜੀ ਗੁਰੂ ਤੇਗ ਬਹਾਦਰ ਜੀ ਨੇ। ਉਹਦੇ ਵਿੱਚ ਇਹਨਾਂ ਦੇ ਸ਼ਲੋਕ ਨੇ ਜੋ ਉਹ ਕਾਫੀ ਜ਼ਿਆਦਾ ਮਸ਼ਹੂਰ ਨੇ, ਸ਼ਲੋਕ ਮਹੱਲਾ 9ਵਾਂ, ਤੇ ਕਾਫੀ ਜ਼ਿਆਦਾ ਹੋਰ ਸ਼ਬਦਾਂ ਦੀ ਵੀ ਇਹਨਾਂ ਨੇ ਰਚਨਾ ਕੀਤੀ ਹੈ ਡਿਫਰੈਂਟ ਰਾਗਾਂ ਦੇ ਵਿੱਚ। ਇਸ ਤੋਂ ਬਾਅਦ ਆਪਣੇ ਲਵੇ ਆ ਜਾਂਦੇ ਨੇ 10th ਗੁਰੂ, ਤੇ ਇੰਪੋਰਟੈਂਟ ਫਿਗਰ ਨੇ ਇੱਕ ਸਿੱਖੀਜ਼ਮ ਦੇ ਵਿੱਚ ਤੇ ਤੁਹਾਡੇ ਪੇਪਰ ਨੂੰ ਲੈ ਕੇ ਵੀ, ਗੁਰੂ ਗੋਬਿੰਦ ਸਿੰਘ। (1666) ਤੋਂ ਲੈ ਕੇ 1708। ਗੁਰਤਾ ਗੱਦੀ ਦਾ ਇਹਨਾਂ ਦਾ ਟਾਈਮ ਹੈ 1675 ਤੋਂ ਲੈ ਕੇ 1708। ਚਲੋ ਜੀ ਹੁਣ ਦੇਖਦੇ ਹਾਂ ਨੈਕਸਟ ਆਪਾਂ। ਇਹਨਾਂ ਦਾ ਜਨਮ 22 ਦਸੰਬਰ 1666 ਨੂੰ ਪਟਨਾ ਵਿਖੇ ਹੋਇਆ, ਤੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਵਾਪਸ ਆ ਗਏ, ਤੇ ਡੈਥ ਹੋਣ ਤੋਂ ਬਾਅਦ ਗੁਰੂ ਤੇਗ ਬਹਾਦਰ ਦੀ ਇਹਨਾਂ ਦੇ ਲਵੇ ਗੁਰਤਾ ਗੱਦੀ ਆਈ, ਤੇ ਇਹਨਾਂ ਨੇ ਸਿੱਖੀਜ਼ਮ ਨੂੰ ਫਿਰ ਤੋਂ ਕੀ ਹੈ ਇੱਕ ਵਾਰੀਅਰ ਲਾਈਨਸ 'ਤੇ ਸਟਾਰਟ ਕਰ ਦਿੱਤਾ। ਜਦੋਂ ਆਪਾਂ ਦੇਖਿਆ ਸੀ ਕਿ ਗੁਰੂ ਹਰਗੋਬਿੰਦ ਤੋਂ ਬਾਅਦ ਗੁਰੂ ਹਰਰਾਏ ਤੱਕ ਵਾਰੀਅਰ ਲਾਈਨ ਪਹੁੰਚੀ ਸੀ, ਬਟ ਉਸ ਤੋਂ ਬਾਅਦ ਹਰਕ੍ਰਿਸ਼ਨ ਤੇ ਗੁਰੂ ਤੇਗ ਬਹਾਦਰ ਕੋਲ ਇੱਦਾਂ ਦੀ ਲਾਈਨ ਨਹੀਂ ਸੀਗੀ, ਬਟ ਇਹਨਾਂ ਨੇ ਫਿਰ ਤੋਂ ਵਾਰੀਅਰ ਲਾਈਨਸ ਸ਼ੁਰੂ ਕਰ ਦਿੱਤੀ, ਸਿੱਖਾਂ ਨੂੰ ਗੈਦਰ ਕਰਨਾ, ਤੇ ਉਸ ਤੋਂ ਨਾਲ ਹੀ ਉਹਦੇ ਚੱਲਦੇ ਹੋਏ ਆਰਮਸ ਕਰਨਾ, ਉਹਨਾਂ ਨੂੰ ਆਰਮਡ ਰੱਖਣਾ, ਕੈਵਲਰੀ ਤਿਆਰ ਕਰਨੀ, ਇਹ ਸਾਰੀਆਂ ਜੋ ਆਪਣੀਆਂ ਚੀਜ਼ਾਂ ਸੀਗੀਆਂ ਇਹ ਇਹਨਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਨਾਲ ਹੀ ਇਹਨਾਂ ਨੇ ਜੋ ਆਪਣੇ ਕੋਲ 5th ਗੁਰੂ ਤੱਕ ਪਹੁੰਚਿਆ ਸੀ ਆਦਿ ਗ੍ਰੰਥ,
ਆਦਿ ਗ੍ਰੰਥ ਦੇ ਵਿੱਚ ਇਹਨਾਂ ਨੇ 9ਵੇਂ ਗੁਰੂ ਦੀ ਬਾਣੀ ਨੂੰ ਐਡ ਕੀਤਾ ਤੇ ਜਿੰਨੇ ਵੀ ਆਪਣੇ ਲੋਏ ਦੂਸਰੇ ਆ ਰਹੇ ਸੀ ਹੋਰ ਬਾਣੀ ਨੈਸੈਸਰੀ ਸੀ ਉਹਨਾਂ ਨੂੰ ਐਡ ਕਰਕੇ ਪੂਰੀ ਜੋ ਗ੍ਰੰਥ ਸੀ ਉਹਨੂੰ ਪੂਰੀ ਨੂੰ ਇੱਕ ਕੰਪਾਈਲ ਕਰ ਦਿੱਤਾ, ਇੱਕ ਪੂਰੀ ਬੀੜ ਵੀ ਇਹਨਾਂ ਨੇ ਬਣਵਾਈ। ਆਪਾਂ ਟਾਈਮ ਲਾਈਨ ਦੇ ਅਕੋਰਡਿੰਗ ਚੱਲੀਏ ਤਾਂ ਫਿਰ ਇਹਨਾਂ ਨੇ 1699 ਦੇ ਵਿੱਚ 1699 ਤੋਂ ਵੀ ਖਾਲਸੇ ਤੋਂ ਵੀ ਪਹਿਲਾਂ ਇਹਨਾਂ ਨੇ ਕੁਝ ਜੰਗਾਂ ਇਹਨਾਂ ਨੂੰ ਲੜਨੀਆਂ ਪਈਆਂ ਜੋ ਪਹਾੜੀ ਰਾਜਿਆਂ ਨਾਲ ਹੋਈਆਂ। ਉਹ ਆਪਾਂ ਅੱਗੇ ਡਿਟੇਲ ਦੇ ਵਿੱਚ ਕਰਾਂਗੇ ਕਿਹੜੀ ਜੰਗ ਕਿਵੇਂ ਹੋਈ ਸੀਗੀ, ਰਾਜਿਆਂ ਦੇ ਨਾਲ ਹੋਈਆਂ। ਉਸ ਤੋਂ ਬਾਅਦ ਇਹਨੇ 1699 ਦੇ ਵਿੱਚ ਜੀ ਇੱਕ ਸਟਰਕਚਰ ਤਿਆਰ ਕੀਤਾ ਤੇ ਉੱਥੇ ਜਨਮ ਹੋਇਆ ਖਾਲਸਾ ਦਾ। 5 ਜਣੇ ਇਹਨਾਂ ਨੇ ਭਾਰੀ ਇਕੱਠ ਦੇ ਵਿੱਚੋਂ ਵਿਸਾਖੀ ਵਾਲੇ ਦਿਨ ਇਕੱਠ ਕੀਤਾ ਅਨੰਦਪੁਰ, 5 ਜਣੇ ਉਹਦੇ ਵਿੱਚੋਂ ਲਾਏ, ਉਹਨਾਂ ਨੂੰ ਸੀਸ ਦੀ ਮੰਗ ਕੀਤੀ। ਜਦੋਂ ਰਿਪਰੈਜ਼ੈਂਟ ਹੋ ਗਿਆ ਤਾਂ ਉਹਨਾਂ ਨੂੰ ਬਾਹਰ ਲਿਆ ਕੇ ਅੰਮ੍ਰਿਤ ਛਕਾਇਆ ਤੇ ਉਹ ਅੰਮ੍ਰਿਤ ਕੀ ਸੀਗਾ, ਇੱਕ ਪਤਾਸੇ ਘੋਲੇ ਹੋਏ ਸੀ ਖੰਡੇ ਤੇ ਬਾਟੇ ਦੇ ਵਿੱਚ ਤੇ ਉਸ ਦੇ ਵਿੱਚ ਗੁਰੂ ਜੋ ਬਾਣੀ ਸੀਗੀ ਉਸ ਦਾ ਜਾਪ ਕੀਤਾ ਗਿਆ ਸੀ, ਉਹਨਾਂ ਨੂੰ ਛਕਾਇਆ ਤੇ ਉਹਨਾਂ ਤੋਂ ਖੁਦ ਛਕਿਆ। ਤੇ ਉਸ ਤੋਂ ਬਾਅਦ ਆਪਣੇ ਲਈ ਜੋ ਗੋਬਿੰਦ ਰਾਏ ਸੀਗੇ, ਗੋਬਿੰਦ ਰਾਏ ਤੋਂ ਇਹ ਬਣ ਗਏ ਗੋਬਿੰਦ ਸਿੰਘ। ਇਸ ਤਰ੍ਹਾਂ ਜੀ ਖਾਲਸੇ ਦੇ ਜਨਮ ਤੋਂ ਬਾਅਦ ਇੱਕ ਵੱਡੀ ਇਹਨਾਂ ਦੀ ਜੋ ਕਹਿ ਸਕਦੇ ਹੋ ਤੁਸੀਂ ਜੋ 5 ਜਾਣੇ ਸੀ ਉਹਨਾਂ ਨੂੰ 5 ਪਿਆਰੇ ਦਾ ਨਾਮ ਵੀ ਦਿੱਤਾ ਗਿਆ, ਆਪਾਂ ਨਾਮ ਪੜਾਂਗੇ ਅੱਗੇ ਜਾ ਕੇ। ਇਸ ਤੋਂ ਬਾਅਦ ਕੀ ਹੈ ਜੀ, ਇੱਕ ਵੱਡੀ ਇਹਨਾਂ ਦੀ ਪਾਵਰ ਜਨਰੇਟ ਹੋਣ ਲੱਗੀ ਤੇ ਕਾਫੀ ਜ਼ਿਆਦਾ ਇਹ ਪੁਆਇੰਟਸ ਦੇ ਵਿੱਚ ਆਉਣ ਲੱਗੇ, ਮੁਗਲਾਂ ਦੇ ਵੀ ਤੇ ਪਹਾੜੀ ਰਾਜਿਆਂ ਦੇ ਵੀ। ਇਸੇ ਤੇ ਚੱਲਦੇ ਇਹਨਾਂ ਦੇ ਕਾਫੀ ਟਕਰਾਰ ਹੁੰਦੇ ਗਏ। ਟਕਰਾਅ ਹੋਣ ਦੇ ਨਾਲ ਲੜਾਈਆਂ ਵੀ ਹੁੰਦੀਆਂ ਰਹੀਆਂ, ਕਦੇ ਪਹਾੜੀ ਰਾਜੇ ਇਹਨਾਂ ਦੀ ਸਾਈਡ 'ਤੇ ਆ ਕੇ ਮੁਗਲਾਂ ਨਾਲ ਲੜਦੇ, ਕਦੇ ਮੁਗਲਾਂ ਨਾਲ ਰਲ ਕੇ ਇਹਨਾਂ ਨਾਲ ਲੜਦੇ। ਤੇ ਇਸੇ ਦੇ ਚੱਲਦੇ ਹੋਏ ਇਹਨਾਂ ਦੇ ਜੋ ਬੇਟੇ ਸੀ 4 ਉਹ ਚੱਲਦੇ ਹੋਏ 2 ਕੀ ਸੀ ਸਰਹੰਦ ਦੇ ਵਿੱਚ ਜਦੋਂ ਅਨੰਦਪੁਰ ਤੇ ਇਹਨਾਂ ਤੇ ਹਮਲਾ ਕੀਤਾ ਗਿਆ, ਅਨੰਦਪੁਰ ਦਾ ਕਿਲ੍ਹਾ ਸੀਜ਼ ਕਰ ਲਿਆ ਗਿਆ, ਤਾਂ ਉਸੇ ਚੱਲਦੇ ਅਨੰਦਪੁਰ ਛੱਡ ਕੇ ਜਾ ਰਹੇ ਸੀ। 2 ਕੀ ਸੀ ਵਿਛੜ ਗਏ ਜਿਨ੍ਹਾਂ ਨੂੰ ਸਰਹੰਦ ਦੇ ਵਿੱਚ ਨਵਾਬ ਵਜ਼ੀਰ ਖਾਨ ਨੇ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਤੇ 2 ਇਹਨਾਂ ਦੇ ਨਾਲ ਸੀਗੇ ਜੋ ਬਾਅਦ ਦੇ ਵਿੱਚ ਕੀ ਚਮਕੌਰ ਦੀ ਗੜੀ ਦੇ ਵਿੱਚ ਲੜਦੇ ਹੋਏ ਮਾਰੇ ਗਏ ਸੀ, ਸ਼ਹੀਦ ਹੋ ਗਏ ਸੀ। ਇਸੇ ਦੇ ਚੱਲਦੇ ਹੋਏ ਸਾਰਾ ਕੁਝ ਇੱਦਾਂ ਚੱਲਦੇ ਹੋਏ ਤਾਂ ਮਾਛੀਵਾੜੇ ਦਾ ਜੋ ਸਥਾਨ ਹੈਗਾ, ਮਾਛੀਵਾੜੇ ਦੇ ਜੰਗਲਾਂ 'ਚੋਂ ਲੰਘਦੇ ਹੋਏ ਇੱਕ ਟਿੱਬੀ ਦਾ ਸਥਾਨ ਆਉਂਦਾ, ਢਾਬ ਆਉਂਦੀ ਹੈ ਮੁਕਤਸਰ ਦੀ ਢਾਬ, ਅੱਜ ਕੱਲ੍ਹ ਮੁਕਤਸਰ ਬੋਲਦੇ ਆ ਉਹਨੂੰ। ਉੱਥੇ ਜਾ ਕੇ ਅਨੰਦਪੁਰ ਤੋਂ ਜੋ ਇਹਨਾਂ ਨੂੰ ਛੱਡ ਗਏ ਸੀ ਨਾਲ ਦੇ ਇਹਨਾਂ ਦੇ ਸਾਥੀ ਕਈ, ਉਹ ਆ ਕੇ ਇਹਨਾਂ ਦੇ ਨਾਲ ਵਾਪਸ ਲੜ ਗਏ ਤੇ ਮੁਗਲ ਫੌਜਾਂ ਇਹਨਾਂ ਦਾ ਪਿੱਛਾ ਕਰ ਹੀ ਰਹੀਆਂ ਸੀ ਲਗਾਤਾਰ। ਉਹ ਵਾਪਸ ਆਉਣ ਦੇ ਨਾਲ ਉੱਥੇ ਕੀ ਹੈ, ਦੁਬਾਰਾ ਤੋਂ ਫਿਰ ਮੁਗਲ ਫੌਜਾਂ ਨਾਲ ਲੜਾਈ ਹੋਈ ਮੁਕਤਸਰ ਦੇ ਤੇ ਉੱਥੇ ਸਿੱਖਾਂ ਨੂੰ ਜਿੱਤ ਪ੍ਰਾਪਤ ਹੋਈ ਤੇ ਇਹਨਾਂ ਦੇ ਜੋ ਛੱਡ ਕੇ ਗਏ ਸੀ ਉਹ ਜੋ 40 ਜਣੇ ਸੀ ਉਹ ਵੀ ਸ਼ਹੀਦੀ ਪ੍ਰਾਪਤ ਕਰ ਗਏ ਤੇ ਉਹਨਾਂ ਨੂੰ 40 ਮੁਕਤਿਆਂ ਦਾ ਨਾਮ ਦਿੱਤਾ ਗਿਆ ਤੇ ਧਰਤੀ ਨੂੰ ਅੱਜ ਕੱਲ੍ਹ ਉਹ ਮੁਕਤਸਰ ਸਾਹਿਬ ਬੋਲਿਆ ਜਾਂਦਾ। ਇਹ ਚੀਜ਼ ਚੱਲਦੇ ਹੋਏ ਜੀ ਗੁਰੂ ਗੋਬਿੰਦ ਸਿੰਘ ਸੀ ਜੋ ਉਹ ਅੱਗੇ ਜਾ ਕੇ ਉਸ ਟਾਈਮ ਦੇ ਉੱਪਰ ਔਰੰਗਜ਼ੇਬ ਕੀ ਹੈ ਡੈਕਨ ਦੇ ਵਿੱਚ ਆਪਣੇ ਲੜਾਈਆਂ ਲੜ ਰਿਹਾ ਸੀ ਜਾਂ ਆਪਣੇ ਉਹ ਪ੍ਰਸਥਾਨਾਂ 'ਤੇ ਗਿਆ ਹੋਇਆ ਸੀਗਾ ਕਬਜ਼ਿਆਂ ਉੱਪਰ, ਉਸੇ ਨੂੰ ਮਿਲਣ ਦੇ ਲਈ ਗੁਰੂ ਡੈਕਨ ਦੇ ਵੱਲ ਚੱਲਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਬਟ ਉਹਨਾਂ ਨੂੰ ਜਾ ਕੇ ਪਤਾ ਲੱਗਿਆ ਕਿ ਔਰੰਗਜ਼ੇਬ ਦੀ ਡੈਥ ਹੋ ਗਈ ਹੈ, ਤਾਂ ਆਗਰਾ ਦੇ ਕੋਲ ਆਈ ਥਿੰਕ ਉਹਨਾਂ ਨੂੰ ਪਤਾ ਲੱਗਿਆ ਕਿ ਔਰੰਗਜ਼ੇਬ ਦੀ ਡੈਥ ਹੋ ਗਈ। ਤਾਂ ਉਸ ਤੋਂ ਬਾਅਦ ਉਹਨਾਂ ਦਾ ਜੋ ਵੱਡਾ ਬੇਟਾ ਸੀ ਬਹਾਦਰ ਸ਼ਾਹ, ਉਹਨੇ ਕਲੇਮ ਹਾਸਲ ਕੀਤਾ ਕਿ ਮੈਨੂੰ ਕਲੇਮ ਚਾਹੀਦਾ ਜੀ ਇੱਥੇ ਗੱਦੀ ਦੇ ਉੱਤੇ, ਮੈਨੂੰ ਚਾਹੀਦੀ ਹੈ ਗੱਦੀ ਚਾਹੀਦੀ ਹੈ ਅਤੇ ਤੁਸੀਂ ਮੇਰੀ ਸਪੋਰਟ ਕਰੋ। ਤਾਂ ਗੁਰੂ ਨੇ ਕੀ ਹੈ ਜਾ ਕੇ ਆਪਣੀ ਫੌਜ ਭੇਜੀ, ਸਿੱਖਾਂ ਦੀ ਇੱਕ ਫੌਜ ਭੇਜੀ ਅਤੇ ਉਸ ਦੇ ਨਾਲ ਜਾ ਕੇ ਕੀ ਉਹਨੂੰ ਤਖਤ ਦੇ ਉੱਪਰ ਬਿਠਾਇਆ ਅਤੇ ਉਹਦੀ ਹੈਲਪ ਕੀਤੀ। ਬਟ ਉਹਦੇ ਲਈ ਕੀ ਸੀਗਾ, ਜੋ ਬਹਾਦਰ ਸ਼ਾਹ ਸੀ ਉਹਨੇ ਗੁਰੂ ਨੂੰ ਕਾਫੀ ਜ਼ਿਆਦਾ ਰਿਸਪੈਕਟ ਕੀਤੀ ਅਤੇ ਹੋਰ ਵੀ ਕਾਫੀ ਗਿਫਟਸ ਦਿੱਤੇ, ਕਾਫੀ ਜ਼ਿਆਦਾ ਸਾਰਾ ਉਹਦੇ ਲਈ ਚੰਗਾ ਪ੍ਰਬੰਧ ਕੀਤਾ। ਬਟ ਜੋ ਗੁਰੂ ਦੀ ਇੱਕ ਇੰਪੋਰਟੈਂਟ ਚੀਜ਼ ਸੀ ਕਿ ਜੋ ਵਜ਼ੀਰ ਖਾਨ ਨੇ ਇੱਕ ਸਿੱਖਾਂ ਉੱਪਰ ਕਹਿਰ ਕੀਤੇ ਸੀ ਜਾਂ ਇਹਨਾਂ ਦੇ ਪਰਿਵਾਰ ਨੂੰ ਖਤਮ ਕਰ ਦਿੱਤਾ ਸੀ, ਉਹਦੇ ਲਈ ਉਸਨੇ ਬਹਾਦਰ ਸ਼ਾਹ ਨੇ ਕੁਛ ਨਹੀਂ ਕੀਤਾ। ਇਸੇ ਦੇ ਚੱਲਦੇ ਫਿਰ ਉਹ ਸਾਊਥ ਦੇ ਵੱਲ ਹੋਰ ਚਲੇ ਗਏ ਅਤੇ ਨੰਦੇੜ ਦੀ ਜਗ੍ਹਾ ਦੇ ਉੱਪਰ ਜਾ ਕੇ ਉਹਨਾਂ ਨੇ ਇੱਕ ਮਾਧੋ ਦਾਸ ਬੈਰਾਗੀ ਨੂੰ ਮਿਲੇ, ਜਿਸ ਨੂੰ ਉਹਨਾਂ ਨੇ ਬਾਅਦ ਦੇ ਵਿੱਚ ਬੰਦਾ ਸਿੰਘ ਬਹਾਦਰ ਕਨਵਰਟ ਕਰ ਦਿੱਤਾ ਅਤੇ ਉਹਨੂੰ ਇੱਧਰ ਭੇਜਿਆ ਪੰਜਾਬ ਦੇ ਵੱਲ ਇਹ ਵਜ਼ੀਰ ਖਾਨ ਨੂੰ ਤੋਂ ਬਦਲਾ ਲੈਣ ਦੇ ਲਈ। ਬਟ ਉਹ ਆਪਾਂ ਬੰਦੇ ਬਹਾਦਰ ਦੀ ਸਟੋਰੀ ਦੇ ਵਿੱਚ ਦੇਖਾਂਗੇ। ਨੰਦੇੜ ਦੇ ਵਿੱਚ ਰਹਿੰਦੇ ਹੋਏ ਇਹਨਾਂ ਉੱਪਰ 2 ਪਠਾਨਾਂ ਨੇ ਹਮਲਾ ਕਰ ਦਿੱਤਾ ਅਤੇ ਹਮਲੇ ਦੇ ਵਿੱਚ ਕਾਫੀ ਜ਼ਿਆਦਾ ਜ਼ਖਮੀ ਹੋ ਗਏ, ਪੇਟ ਦੇ ਵਿੱਚ ਛੁਰਾ ਮਾਰਿਆ ਗਿਆ ਅਤੇ ਉਸ ਦੇ ਜ਼ਖਮ ਦੇ ਚੱਲਦੇ ਹੋਏ ਇਹਨਾਂ ਦੇ ਕਾਫੀ ਜ਼ਿਆਦਾ ਬਲੱਡ ਵਹਿੰਦੇ ਹਨ ਅਤੇ ਸਮੇਂ ਦੇ ਨਾਲ ਉਹ ਜ਼ਖਮ ਖਰਾਬ ਹੋਣ ਦੇ ਨਾਲ ਇਹਨਾਂ ਦੀ ਜੀ 1708 ਦੇ ਵਿੱਚ ਮ੍ਰਿਤੂ ਹੋ ਗਈ ਸੀ ਜਾਂ ਜੋਤੀ ਜੋਤ ਸਮਾ ਗਏ ਗੁਰੂ ਗੋਬਿੰਦ ਸਿੰਘ। ਹੁਣ ਇਹਨਾਂ ਦੇ ਜੋ ਮੇਨ ਕੰਮ ਨੇ ਜਾਂ ਮੇਨ ਇਹਨਾਂ ਦੀਆਂ ਲੜਾਈਆਂ ਨੇਗੀਆਂ ਉਹਨਾਂ ਬਾਰੇ ਆਪਾਂ ਦੇਖ ਲੈਂਦੇ ਹਾਂ। ਇੱਕ ਇਹਨਾਂ ਨੇ ਕੀ ਕੀਤਾ ਸੀ, ਜੋ ਬੀੜ ਕੰਪਾਈਲੇਸ਼ਨ ਕੀਤੀ ਸੀ ਆਦਿ ਸਾਹਿਬ ਆਦਿ ਗ੍ਰੰਥ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਦਮਦਮਾ ਦੀ ਜਗ੍ਹਾ 'ਤੇ ਕੀਤੀ ਸੀ ਤਲਵੰਡੀ ਸਾਬੋ। ਅੱਜ ਕੱਲ੍ਹ ਜੋ ਤਖਤ ਹੈ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਉੱਥੇ ਬੀੜ ਇਹਨਾਂ ਨੇ ਕੰਪਾਈਲ ਕੀਤੀ ਸੀ ਅਤੇ ਉਹਨੂੰ ਬੋਲਿਆ ਜਾਂਦਾ ਦਮਦਮੀ ਬੀੜ। ਦਮਦਮੀ
ਬੀੜ, ਉਹ ਕੰਪਾਈਲ ਕੀਤੀ ਇਹਨਾਂ ਨੇ। ਇੱਥੇ ਹੀ ਰਹੇ ਸੀਗੇ ਉਹ, ਕਾਫੀ ਟਾਈਮ ਤਲਵੰਡੀ ਦੇ ਵਿੱਚ ਰਹੇ ਨੇਗੇ ਗੁਰੂ ਗੋਬਿੰਦ ਸਿੰਘ। ਤੇ ਇਹਨਾਂ ਦੇ ਜੋ 5 ਪਿਆਰੇ ਸੀਗੇ, ਆਪਾਂ ਗੱਲ ਕੀਤੀ ਸੀ, ਉਹਨਾਂ ਦਾ ਨਾਮ ਸੀ ਦਇਆ ਰਾਮ, ਜਿਹਦੇ ਬਾਅਦ ਦੇ ਵਿੱਚ ਕਨਵਰਟ ਹੋ ਗਿਆ ਸੀ ਭਾਈ ਦਇਆ ਸਿੰਘ, ਤੇ ਉਹ ਖੱਤਰੀ ਸੀ ਲਾਹੌਰ ਤੋਂ। ਧਰਮਦਾਸ ਜੋ ਬਾਅਦ 'ਚ ਕਨਵਰਟ ਹੋਇਆ ਭਾਈ ਧਰਮ ਸਿੰਘ, ਜੱਟ ਸੀ ਦਿੱਲੀ ਤੋਂ। ਮੋਹਕਮ ਚੰਦ ਜੋ ਮੋਹਕਮ ਸਿੰਘ ਬਣ ਗਿਆ ਸੀ, ਉਹ ਸੀ ਇੱਕ ਪੇਂਟਰ ਦਵਾਰਕਾ ਗੁਜਰਾਤ ਤੋਂ। ਸਾਹਿਬ ਚੰਦ ਜੋ ਸਾਹਿਬ ਸਿੰਘ ਬਣ ਗਿਆ ਸੀ, ਉਹ ਇੱਕ ਨਾਈ ਸੀ, ਬਾਰਬਰ ਸੀ, ਬੇਦਰ ਕਰਨਾਟਕਾ ਤੋਂ। ਤੇ ਹਿੰਮਤ ਰਾਏ ਜੋ ਹਿੰਮਤ ਸਿੰਘ ਬਣ ਗਿਆ ਸੀ, ਉਹ ਇੱਕ ਵਾਟਰ ਕੈਰੀਅਰ ਸੀਗਾ, ਪਾਣੀ ਚੱਕਣ ਵਾਲਾ ਸੀ, ਜਗਨਨਾਥ ਉੜੀਸਾ ਤੋਂ। ਸੋ ਸਾਰੇ ਇੰਡੀਆ ਦੇ ਵਿੱਚੋਂ ਇਹ 5 ਪਿਆਰੇ ਜੋ ਚੂਜ਼ ਕੀਤੇ ਗਏ ਸੀਗੇ, ਇਹ ਇਹਨਾਂ ਦੇ ਨਾਮ ਸੀਗੇ ਜੀ। ਹੁਣ ਆਪਾਂ ਗੱਲ ਕਰ ਲੈਂਦੇ ਲੜਾਈਆਂ ਦੀ, ਕਿਹੜੀਆਂ ਕਿਹੜੀਆਂ ਲੜਾਈਆਂ ਗੁਰੂ ਨੇ ਲੜੀਆਂ ਸੀ। ਇੱਥੇ ਪਹਿਲਾਂ ਇਹਨਾਂ ਦੀਆਂ ਜੋ ਲੜਾਈਆਂ ਹੋਈਆਂ ਜੀ, ਪਹਿਲੀ ਲੜਾਈ ਸੀ ਬੈਟਲ ਆਫ ਭੰਗਾਣੀ। ਭੰਗਾਣੀ ਦੇ ਸਥਾਨ ਤੇ ਹੋਈ 1688 ਦੇ ਵਿੱਚ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਸੀ, ਦੂਜੇ ਪਾਸੇ ਪਹਾੜੀ ਰਾਜੇ ਸੀਗੇ। ਤੇ ਇਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸੀਗੇ ਆ, ਉਹ ਜੇਤੂ ਰਹੇ ਸੀਗੇ। ਤੇ ਪਹਾੜੀ ਰਾਜਿਆਂ ਦੇ ਨਾਲ ਇਹਨਾਂ ਦੇ ਇੱਕ ਫਰੈਂਡਲੀ ਰਿਲੇਸ਼ਨ ਬਣ ਗਏ ਸੀ, ਸੰਧੀ ਵਗੈਰਾ ਹੋ ਗਈ। ਤੇ ਇਹ ਭੰਗਾਣੀ ਦਾ ਯੁੱਧ ਇਹ ਸੀਗਾ ਕਿ ਇਹਦੇ ਵਿੱਚ ਸਿੱਖ ਸੀਗੇ ਜੋ ਬਿਨਾਂ ਟ੍ਰੇਨ ਤੋਂ ਲੜੇ ਸੀ, ਬਿਨਾਂ ਹਥਿਆਰਾਂ ਤੋਂ ਲੜੇ ਸੀ। ਇਹਨਾਂ ਦੇ ਹੱਥ ਵਿੱਚ ਘੋਟੇ ਆ ਰਹੇ ਸੀ, ਉਹਨਾਂ ਨਾਲ ਲੜ ਰਹੇ ਸੀ, ਕੁਛ ਹੱਥ ਦੇ ਵਿੱਚ ਆ ਰਹੇ ਸੀ, ਉਹਨਾਂ ਚੀਜ਼ਾਂ ਨਾਲ ਲੜ ਰਹੇ ਸੀ। ਕੋਈ ਟ੍ਰੇਨਡ ਇਹਨਾਂ ਦੀ ਆਰਮੀ ਨਹੀਂ ਸੀ। ਇਸ ਤੋਂ ਬਾਅਦ ਇਹਨਾਂ ਨੇ ਆਰਮੀ ਨੂੰ ਟ੍ਰੇਨਡ ਕੀਤਾ। ਬੈਟਲ ਆਫ ਨੰਦੌਣ ਹੋਈ, ਨੰਦੌਣ ਦੀ ਜਗ੍ਹਾ ਤੇ 1690 ਦੇ ਵਿੱਚ। ਇਹਦੇ ਵਿੱਚ ਗੁਰੂ ਤੇ ਪਹਾੜੀ ਰਾਜੇ ਇੱਕ ਸਾਈਡ ਸੀਗੇ, ਦੂਜੇ ਪਾਸੇ ਮੁਗਲਾਂ ਦਾ ਅਲਿਫ ਖਾਨ ਸੀ। ਤੇ ਇਹ ਰੈਵਨਿਊਜ਼ ਨੂੰ ਲੈ ਕੇ ਇਹਨਾਂ ਦੀ ਲੜਾਈ ਹੋਈ ਸੀ। ਗੁਰੂ ਨੇ ਪਹਾੜੀ ਰਾਜਿਆਂ ਦੀ ਹੈਲਪ ਕੀਤੀ ਤੇ ਇਹਦੇ ਵਿੱਚ ਗੁਰੂ ਜੀ ਤੇ ਪਹਾੜੀ ਰਾਜੇ ਜੇਤੂ ਰਹੇ ਸੀਗੇ। ਅਲਿਫ ਖਾਨ ਹਾਰ ਗਿਆ ਸੀ। ਫਿਰ ਪਹਿਲੀ ਲੜਾਈ ਹੋਈ ਅਨੰਦਪੁਰ ਦੀ 1701 ਦੇ ਵਿੱਚ। ਇਹ ਹੁਣ ਤੁਹਾਡੀ ਸਟਾਰਟ ਹੋ ਗਈਆਂ ਜੋ ਖਾਲਸਾ ਸਾਜਣ ਤੋਂ ਬਾਅਦ ਦੀਆਂ ਨੇ। ਇਹਦੇ ਵਿੱਚ ਗੁਰੂ ਤੇ ਸਿੱਖ ਸੀਗੇ, ਦੂਜੇ ਪਾਸੇ ਭੀਮ ਚੰਦ ਸੀਗਾ ਤੇ ਨਾਲ ਉਹਦੇ ਨਾਲ ਪਹਾੜੀ ਰਾਜੇ ਸੀ। ਇਹਨਾਂ ਦੇ ਵਿੱਚੋਂ ਗੁਰੂ ਜੀ ਜਿੱਤ ਗਏ ਸੀਗੇ। ਬਟ ਉਹਨਾਂ ਨੇ ਕੀ ਕੀਤਾ, ਰਾਜਾਸ ਨੇ ਕੀ ਹੈ ਕੰਪਰੋਮਾਈਜ਼ ਕਰਕੇ ਜੋ ਵੀ ਸੰਧੀ ਹੋਈ ਤੇ ਨਿਰਮੋਹ ਵੱਲ ਗੁਰੂ ਰਿਟਾਇਰ ਹੋ ਗਏ ਸੀਗੇ। ਬੈਟਲ ਆਫ ਨਿਰਮੋਹ ਹੋਈ 1702 ਤੇ। ਜਦੋਂ ਵਾਪਸ ਨਿਰਮੋਹ ਵੱਲ ਆ ਗਏ ਤੇ ਨਿਰਮੋਹ ਤੇ ਉਹਨਾਂ ਨੇ ਦੁਬਾਰਾ ਹਮਲਾ ਕਰ ਦਿੱਤਾ। ਗੁਰੂ ਸੀਗੇ ਉਹਦੇ ਵਿੱਚ ਤੇ ਦੂਜੇ ਪਾਸੇ ਸੀ ਮੁਗਲ ਫੋਰਸਸ ਤੇ ਰਾਜਾ ਭੀਮ ਚੰਦ। ਤੇ ਉਹਦੇ ਵਿੱਚ ਕੀ ਹੈ, ਨਿਰਮੋਹ ਦੇ ਸਥਾਨ ਤੇ ਜੋ ਲੜਾਈ ਹੋਈ ਗੁਰੂ ਜੇਤੂ ਰਹੇ। ਤੇ ਇਹਨਾਂ ਨੇ ਕੀ ਕੀਤਾ ਜੀ, ਆ ਕੇ ਦੁਬਾਰਾ ਤੋਂ ਸਿੱਖਾਂ ਨੇ ਅਨੰਦਪੁਰ ਤੇ ਕਬਜ਼ਾ ਕਰ ਲਿਆ। ਫਿਰ ਬੈਟਲ ਆਫ ਬਸੌਲੀ ਹੋਈ 1702 ਦੇ ਵਿੱਚ। ਇਹਦੇ ਵਿੱਚ ਗੁਰੂ ਤੇ ਸਿੱਖ ਸੀ, ਦੂਜੇ ਪਾਸੇ ਰਾਜਾ ਭੀਮ ਚੰਦ ਸੀਗਾ। ਤੇ ਇਹਦੇ ਵਿੱਚ ਗੁਰੂ ਤੇ ਸਿੱਖ ਜਿੱਤੇ। ਤੇ ਸਿੱਖਾਂ ਨੇ ਕੀ ਰਾਜੇ ਦੀ ਜੋ ਟੈਰੀਟਰੀ ਸੀ ਕਾਲ ਮੋੜ ਤੱਕ ਦੱਬ ਲਈ ਸੀ। ਕਹਿਣ ਦਾ ਭਾਵ ਕਿ ਬਿਲਾਸਪੁਰ ਦੇ ਏਰੀਏ 'ਚ ਵੀ ਕਾਫੀ ਦੂਰ ਤੱਕ ਚਲੇ ਗਏ ਸੀ ਉਹ। ਤੇ ਜਿੱਥੇ ਤੱਕ ਰਾਜੇ ਦੀ ਟੈਰੀਟਰੀ ਸੀ ਉਹਨੂੰ ਵੀ ਅੰਦਰ ਜਾ ਕੇ ਦੱਬ ਲਿਆ ਸੀ। ਤੇ ਅਨੰਦਪੁਰ ਸਿੱਖਾਂ ਦੇ ਕਬਜ਼ੇ 'ਚ ਆ ਗਿਆ ਸੀ ਇੱਕ ਵਾਰ ਫਿਰ ਤੋਂ। ਫਿਰ ਦੂਸਰੀ ਲੜਾਈ ਹੋਈ ਅਨੰਦਪੁਰ ਦੀ 1704 ਦੇ ਵਿੱਚ। ਇਹਦੇ ਵਿੱਚ ਗੁਰੂ ਤੇ ਸਿੱਖ ਸੀ, ਦੂਜੇ ਪਾਸੇ ਮੁਗਲ ਫੋਰਸਸ ਸੀਗੀਆਂ ਜਿਨ੍ਹਾਂ ਨੂੰ ਵਜ਼ੀਰ ਖਾਨ ਲੀਡ ਕਰ ਰਿਹਾ ਸੀ ਤੇ ਨਾਲ ਪਹਾੜੀ ਰਾਜੇ ਸੀ। ਬਹੁਤ ਹੀ ਵੱਡੀ ਫੋਰਸ ਸੀ। ਇਹਦੇ ਵਿੱਚ ਕੀ ਹੈ, ਵਜ਼ੀਰ ਖਾਨ ਤੇ ਪਹਾੜੀ ਰਾਜੇ ਜਿੱਤੇ ਸੀ ਤੇ ਗੁਰੂ ਜੀ ਨੂੰ ਅਨੰਦਪੁਰ ਦਾ ਕਿਲ੍ਹਾ ਛੱਡ ਕੇ ਉੱਥੋਂ ਜਾਣਾ ਪਿਆ। ਇਸੇ ਤੇ ਚੱਲਦੇ ਹੋਏ ਜੋਰਾਵਰ ਤੇ ਫਤਿਹ ਸਿੰਘ ਸੀ ਜੋ ਅਲੱਗ ਹੋਏ ਸੀ, 2 ਪਿਆਰੇ ਸਾਹਿਬਜ਼ਾਦੇ ਇਹਨਾਂ ਦੇ, ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਚਿਣਵਾਇਆ ਗਿਆ ਬਾਅਦ ਦੇ ਵਿੱਚ। ਫਿਰ ਬੈਟਲ ਆਫ ਚਮਕੌਰ ਹੋਈ 1704 ਦੇ ਵਿੱਚ। ਉਸੇ ਤੋਂ ਹੀ ਹੈ ਜਦੋਂ ਅਨੰਦਪੁਰ ਛੱਡ ਕੇ ਇਹ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਗਏ ਸੀ। ਮੰਗਰੀ ਇਹਨਾਂ ਦੇ ਫੌਜ ਜਾ ਰਹੀ ਸੀ, ਜਿੱਤਨ ਨੂੰ ਇਹ ਭੱਜ ਰਹੇ ਸੀ, ਮੰਗਰੀ ਜਾ ਰਹੀ ਸੀ। ਤੇ ਇਹਨਾਂ ਗੜੀ ਦੇ ਵਿੱਚ ਆ ਕੇ ਰੁਕੇ, ਸਿਰਫ ਥੋੜ੍ਹੀ ਇਹਨਾਂ ਦੀ ਤਾਦਾਦ ਸੀਗੀ। ਤੇ ਉੱਥੇ ਜਾ ਕੇ ਫਿਰ ਤੋਂ ਮੁਗਲ ਫੌਜ ਨੇ ਸੀਜ਼ ਕਰ ਲਿਆ ਗੜੀ ਨੂੰ। ਤੇ ਇਹਨਾਂ ਦੇ ਉੱਪਰ ਉੱਥੇ ਲੜਾਈ ਹੋਈ ਜੋ ਉਹਦੇ ਵਿੱਚ ਗੁਰੂ ਸੀ, ਦੂਜੇ ਪਾਸੇ ਮੁਗਲ ਫੋਰਸਿਸ ਸੀ ਬੇਸਿਕਲੀ। ਤੇ ਇਹਨਾਂ ਦੇ ਵਿੱਚੋਂ ਵੀ ਮੁਗਲ ਫੋਰਸਿਸ ਜਿੱਤ ਗਿਆ ਸੀ। ਤੇ ਜ਼ਿਆਦਾ ਇਹਨਾਂ ਦੇ ਜੋ ਕਹਿਣ ਦਾ ਭਾਵ ਬਹੁਤ ਹੀ ਥੋੜ੍ਹੀ ਤਾਦਾਦ ਸੀ, 40-50 ਸਿੱਖ ਸੀ। ਉਹਦੇ ਵਿੱਚੋਂ 35 ਸਿੱਖ ਮਾਰੇ ਗਏ ਤੇ 2 ਇਹਨਾਂ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਸੀ ਜੋ ਉਹ ਵੀ ਲੜਦੇ ਹੋਏ ਇਹ ਜੰਗ ਦੇ ਵਿੱਚ ਮਾਰੇ ਗਏ। ਇਸ ਤੋਂ ਬਾਅਦ ਜੀ ਬੈਟਲ ਆਫ ਖਿਦਰਾਣਾ ਹੋਈ। ਖਿਦਰਾਣੇ ਦੀ ਢਾਬ ਜਿਹਨੂੰ ਆਪਾਂ ਮੁਕਤਸਰ ਕਹਿੰਦੇ ਹੈਗੇ, 1705 ਦੇ ਵਿੱਚ। ਇਹਦੇ ਵਿੱਚ ਗੁਰੂ ਤੇ ਸਿੱਖ ਸੀਗੇ, ਦੂਜੇ ਪਾਸੇ ਮੁਗਲ ਫੋਰਸ ਸੀ। ਤੇ ਇਹਨਾਂ ਦੇ ਵਿੱਚੋਂ ਜੋ ਗੁਰੂ ਸੀ ਉਹ ਜਿੱਤੇ ਸੀਗੇ। ਬਟ ਇਹਦੇ ਵਿੱਚ ਜੋ 40 ਮੁਕਤਿਆਂ ਦਾ ਆਪਾਂ ਨਾਮ ਲਿਆ ਉਹ ਇਨਕਲੂਡਡ ਹੋਏਗਾ। ਉਹਨਾਂ ਦੀ ਇੱਕ ਕਾਫੀ ਜ਼ਿਆਦਾ ਕਹਿ ਸਕਦੇ ਹੋ ਕਿ ਪ੍ਰੋਮੀਨੈਂਟ ਸਥਾਨ ਇੱਥੇ ਬਣ ਜਾਂਦਾ, ਬਿਕੋਜ਼ ਉਹ ਵਾਪਸ ਮੁੜ ਕੇ ਆਏ ਤੇ ਉਹਨਾਂ ਦਾ 40 ਮੁਕਤਿਆਂ ਦਾ ਨਾਮ ਦਿੱਤਾ ਜੀ, ਮੁਕਤਸਰ ਨਾਮ ਰੱਖਿਆ ਗਿਆ ਇਹ। ਇਸ ਦੇ ਵਿੱਚ ਵੀ ਗੁਰੂ ਦੀ ਜਿੱਤ ਹੋਈ। ਤੇ ਇਸ ਤੋਂ ਬਾਅਦ ਗੁਰੂ ਰਿਟਾਇਰ ਹੋ ਕੇ ਡੈਕਨ ਦੇ ਵੱਲ ਚਲੇ ਗਏ ਸੀ। ਡੈਕਨ ਦੇ ਵੱਲ ਨਹੀਂ, ਉਸ ਤੋਂ ਬਾਅਦ ਤਲਵੰਡੀ ਵੱਲ ਗਏ ਸੀਗੇ। ਤਲਵੰਡੀ ਆ ਗਏ ਸੀ, ਉੱਥੇ ਇਹਨਾਂ ਨੇ ਕਾਫੀ ਟਾਈਮ ਰਿਹਾ। ਤੇ ਤਲਵੰਡੀ ਨੂੰ ਵੀ ਉਦੋਂ ਤੋਂ ਹੀ ਨਾਮ ਦਿੱਤਾ ਗਿਆ ਗੁਰੂ ਕੀ ਕਾਸ਼ੀ। ਕਹਿਣ ਦਾ ਭਾਵ ਕਿ ਲਰਨਿੰਗ ਸੈਂਟਰ ਆਫ ਸਿੱਖਸ ਕਿਹਾ ਜਾਂਦਾ ਇਹਨੂੰ। ਸਿੱਖਾਂ ਦਾ ਇੱਕ ਲਰਨਿੰਗ ਪੁਆਇੰਟ ਤਲਵੰਡੀ ਨੂੰ ਕਿਹਾ ਜਾਂਦਾ, ਗੁਰੂ ਕੀ ਕਾਸ਼ੀ। ਤੇ ਇਹਨਾਂ ਨੇ ਉੱਥੇ ਰਹਿੰਦੇ ਹੋਏ ਆਪਣੀ 10ਮ ਗ੍ਰੰਥ ਦੀ ਕੰਪਾਈਲੇਸ਼ਨ ਵੀ ਕੀਤੀ
आई थिंक 84 ਦੇ ਵਿੱਚ ਇਹਨਾਂ ਨੇ ਆਪਣੀ ਪਹਿਲੀ ਰਾਈਟਿੰਗ ਲਿਖੀ ਸੀ। ਹਾਂ, ਵਾਰ ਸ਼੍ਰੀ ਭਗਉਤੀ ਜੀ ਕੀ 1684 ਦੇ ਵਿੱਚ ਲਿਖੀ ਸੀ। ਉਸ ਤੋਂ ਬਾਅਦ ਇਹਨਾਂ ਨੇ ਜੋ ਕੰਮ ਕੀਤੇ, ਆਪਣੀ ਆਟੋਬਾਇਓਗ੍ਰਾਫੀ ਲਿਖੀ ਹੈ, ਬਚਿੱਤਰ ਨਾਟਕ, ਅਕਾਲ ਉਸਤਤ, ਚੰਡੀ ਦੀ ਵਾਰ, ਇਸ ਤਰ੍ਹਾਂ ਦੇ ਇਹਨਾਂ ਨੇ ਕਾਫੀ ਜ਼ਿਆਦਾ ਜੋ ਨੇਗੀਆਂ ਰਾਈਟਿੰਗਸ ਲਿਖੀਆਂ ਨੇਗੀਆਂ, ਜਾਂ ਜਿਹਦੇ ਵਿੱਚ ਜਪ ਵੀ ਆ ਗਿਆ, ਜਪ ਸਾਹਿਬ ਆ ਗਿਆ। ਤੇ ਇਹ ਚੱਲਦੇ ਹੋਏ ਇਹਨਾਂ ਦੀ ਜੋ ਸਾਰੀਆਂ ਬਾਣੀਆਂ ਦੀ ਜਿੰਨੀ ਵੀ ਇਹਨਾਂ ਦੀ ਰਾਈਟਿੰਗ ਹੈ ਉਹਦੀ ਕੰਪਾਈਲੇਸ਼ਨ ਬਣਦੀ ਹੈ ਦਸਮ ਗ੍ਰੰਥ। ਦਸਮ ਗ੍ਰੰਥ ਨੂੰ ਇੱਕ ਐਜ਼ ਆ ਰੀਡਿੰਗ ਦੇ ਲਈ ਰੱਖਿਆ ਜਾਂਦਾ, ਬਟ ਉਹਨੂੰ ਕੋਈ ਗੁਰੂ ਦਾ ਅਹੁਦਾ ਨਹੀਂ ਦਿੱਤਾ ਗਿਆ। ਬਟ ਇਹਨਾਂ ਨੇ ਨੈਕਸਟ ਗੁਰੂ ਜੋ ਕੰਪਾਈਲ ਕੀਤੀ ਸੀ ਆਦਿ ਗ੍ਰੰਥ ਦੀ ਬੁੱਕ, ਉਹਨੂੰ ਇਹਨਾਂ ਨੇ ਨੈਕਸਟ ਗੁਰੂ ਬਣਾ ਦਿੱਤਾ ਸੀਗਾ, ਉਸੇ ਨੂੰ ਅਹੁਦਾ ਦਿੱਤਾ। ਇਸ ਤੋਂ ਬਾਅਦ ਕਹਿੰਦੇ ਫਿਜ਼ੀਕਲ ਲਾਈਨ ਗੁਰੂ ਦੀ ਨਹੀਂ ਹੋਏਗੀ, ਬੁੱਕ ਹੋਏਗੀ, ਅਤੇ ਤੁਸੀਂ ਇਸੇ ਤੋਂ ਹੀ ਅੱਗੇ ਸੇਧ ਲੈਣੀ ਹੈਗੀ ਗੁਰੂ ਗ੍ਰੰਥ ਸਾਹਿਬ ਤੋਂ। ਇਸ ਤੋਂ ਬਾਅਦ ਜੀ ਆਪਾਂ ਗੱਲ ਕਰੀਏ 7 ਅਕਤੂਬਰ 1708 ਦੇ ਵਿੱਚ ਗੁਰੂ ਦੀ ਜੀ ਡੈਥ ਹੋ ਗਈ ਸੀ, ਜੋ ਇਹਨਾਂ ਨੂੰ ਵੀਕਨੈਸ ਹੋਈ ਸੀ ਲੱਗਣ ਦੇ ਨਾਲ, ਛੁਰਾ ਲੱਗਣ ਦੇ ਨਾਲ। ਇੱਕ ਇਹਨਾਂ ਦੇ ਕੰਟੈਕਸਟ ਦੇ ਵਿੱਚ ਇੱਕ ਨਵਾਂ ਨਾਮ ਵੀ ਆ ਜਾਂਦਾ, ਜ਼ਫਰਨਾਮਾ। ਜ਼ਫਰਨਾਮਾ ਇਹਨਾਂ ਨੇ ਲਿਖਿਆ ਸੀ ਜੀ 111 ਵਰਸਿਸ ਦਾ ਕੰਬਾਈਨ ਕੀਤੀ ਹੋਈ ਇੱਕ ਐਡਰੈਸ ਸੀਗਾ, ਉਹ ਪੱਤਰ ਸੀ, ਉਹਦੇ ਵਿੱਚ 111 ਕਹਿ ਸਕਦੇ ਹੋ ਤੁਸੀਂ ਦੋਹਰੇ ਸੀ, ਆਈ ਥਿੰਕ 111 ਦੋਹਰੇ ਸੀ, ਅਤੇ ਉਹ ਔਰੰਗਜ਼ੇਬ ਨੂੰ ਲਿਖਿਆ ਸੀ ਜ਼ਫਰਨਾਮਾ ਉਹਨਾਂ ਨੇ। ਇਹ ਵੀ ਇੱਕ ਲਿਟਰੇਚਰ ਦੀ ਚੀਜ਼ ਹੈ ਇਹਦੀ, ਅਤੇ ਕੁਐਸਚਨ ਮਾਰਕ ਹੋ ਸਕਦੀ ਹੈ ਇਹ। ਉਸ ਤੋਂ ਬਾਅਦ ਇਹਨਾਂ ਦੇ ਜੋ ਕੰਪੋਜੀਸ਼ਨ ਕੀਤੇ, ਜਿਹੜੀ ਇਹਨਾਂ ਨੇ ਬਾਣੀ ਲਿਖੀ, ਦਸਮ ਗ੍ਰੰਥ ਸੀਗੀ ਇਹਨਾਂ ਦੀ, ਜੋ ਸਾਰਾ ਇਹਨਾਂ ਦੀ ਬਾਣੀ ਦਾ ਕੰਪੋਜੀਸ਼ਨ ਹੈ। ਵਾਰ ਸ਼੍ਰੀ ਭਗਉਤੀ ਜੀ ਕੀ, ਬਚਿੱਤਰ ਨਾਟਕ, ਅਕਾਲ ਉਸਤਤ, ਚੰਡੀ ਦੀ ਵਾਰ, ਜਾਪ ਸਾਹਿਬ, ਚੰਡੀ ਚਰਿਤਰਾ, ਗਿਆਨ ਪ੍ਰਬੋਧ, 24 ਅਵਤਾਰ, ਖਾਲਸੇ ਦੀ ਮਹਿਮਾ, ਸਵਿਆਲ, ਜ਼ਫਰਨਾਮਾ, ਇਹ ਇਹਨਾਂ ਨੇ ਜੋ ਬਾਣੀ ਦੀ ਕੰਪੋਜੀਸ਼ਨ ਕੀਤੀ। ਉਸ ਤੋਂ ਬਾਅਦ ਇਹਨੇ ਅਬੋਲਿਸ਼ ਕੀਤਾ ਮਸੰਦ ਸਿਸਟਮ। ਮਸੰਦ ਸਿਸਟਮ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਸੀ, ਕਿਉਂਕਿ ਮਸੰਦਾਂ ਦੇ ਲੋਈ ਜੋ ਪਿਛਲੇ ਗੁਰੂਆਂ ਤੋਂ ਚੱਲਦਾ ਆ ਰਿਹਾ ਸੀ, ਅਮਰਦਾਸ ਜੀ ਤੋਂ ਲੈ ਕੇ ਰਾਮਦਾਸ ਜੀ ਤੋਂ ਚੱਲਦਾ ਆ ਰਿਹਾ ਸੀ, ਉਹ ਸਿਸਟਮ, ਉਹ ਮਸੰਦ ਪ੍ਰਥਾ ਇੰਨੀ ਜ਼ਿਆਦਾ ਕਰਪਟ ਹੋ ਗਈ ਸੀ ਕਿ ਉਹ ਖਾ ਕੇ ਆਪਦਾ ਹੀ ਢਿੱਡ ਭਰਨ ਲੱਗ ਗਏ ਸੀ, ਅਤੇ ਆਪਦੇ ਬਹੁਤ ਹੀ ਲੋਕਾਂ ਨੂੰ ਐਕਸਪਲੋਇਟ ਕਰਨ ਲੱਗ ਗਏ ਸੀ ਇਨ ਦਾ ਨੇਮ ਆਫ ਗੋਡ ਜਾਂ ਇਨ ਦਾ ਨੇਮ ਆਫ ਗੁਰੂ ਘਰ। ਉਸ ਤੋਂ ਬਾਅਦ ਇਹਨਾਂ ਦੇ ਟਾਈਮ ਦੇ ਉੱਪਰ ਮੁਗਲ ਰਾਜੇ ਸੀ ਔਰੰਗਜ਼ੇਬ ਅਤੇ ਬਹਾਦਰ ਸ਼ਾਹ। ਇਹਨਾਂ ਦੀ ਡੈਥ ਹੋਈ ਜੀ ਨਾਂਦੇੜ, ਮਹਾਰਾਸ਼ਟਰ, ਜਿੱਥੇ ਕਿ ਅੱਜ ਕੱਲ੍ਹ ਗੁਰਦੁਆਰਾ ਹਜ਼ੂਰ ਸਾਹਿਬ ਆਈ ਥਿੰਕ। ਇਸ ਤੋਂ ਬਾਅਦ ਗੱਲ ਕਰੀਏ ਆਪਾਂ ਗੁਰੂ ਗ੍ਰੰਥ ਸਾਹਿਬ ਦੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹਨਾਂ ਨੂੰ ਗੁਰੂ ਇਸਟੈਬਲਿਸ਼ ਕਰ ਦਿੱਤਾ, ਅਤੇ ਇਹ ਸਿੱਖੀਜ਼ਮ ਦੀ ਇੱਕ ਬਹੁਤ ਹੀ ਹੋਲੀ ਬੁੱਕ ਹੈਗੀ। 1604 ਦੇ ਵਿੱਚ ਆਪਾਂ ਦੇਖਿਆ ਸੀ ਗੁਰੂ ਅਰਜਨ ਦੇਵ ਜੀ ਨੇ ਫਸਟ ਟਾਈਮ ਇਹਨੂੰ ਇੰਸਟਾਲ ਕੀਤਾ ਸੀ ਹਰਿਮੰਦਰ ਦੇ ਵਿੱਚ। ਫਿਰ ਇਸ ਤੋਂ ਬਾਅਦ ਜੀ ਬਾਬਾ ਬੁੱਢਾ ਜੀ ਇਹਦੇ ਪਹਿਲੇ ਗ੍ਰੰਥੀ ਰੱਖੇ ਗਏ ਸੀਗੇ, ਬਟ 1708 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਕੀ ਹੈ, ਗੁਰੂ ਗੱਦੀ ਮਿਲ ਗਈ, ਓਫੀਸ਼ੀਅਲੀ ਗੁਰੂ ਗੱਦੀ ਦੇ ਦਿੱਤੀ 1708 ਦੇ ਵਿੱਚ ਜੀ। ਹੁਣ ਆਪਾਂ ਇਹਨੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਗੱਲ ਕਰੀਏ ਤਾਂ ਇਸ ਦੇ ਵਿੱਚ ਬਹੁਤ ਹੀ ਕਹਿ ਸਕਦੇ ਹੋ ਕਿ 6 ਗੁਰੂ ਹੋ ਗਏ, ਅਤੇ ਉਸ ਤੋਂ ਬਾਅਦ ਭਗਤ ਹੋ ਗਏ, ਕਬੀਰ ਜੀ ਹੋ ਗਏ, ਫਰੀਦ ਜੀ ਹੋ ਗਏ, ਇੱਦਾਂ ਕਰਦੇ ਹੋਏ ਬਹੁਤ ਹੀ ਜ਼ਿਆਦਾ ਕਈ ਸਪਿਰਿਚੁਅਲ ਪਰਸਨਾਂ ਦੀ ਬਾਣੀ ਐਡ ਹੈਗੀ, ਅਤੇ ਉਹ ਫੈਕਚੁਅਲ ਪਾਰਟ ਤੁਸੀਂ ਇੰਟਰਨੈਟ ਤੋਂ ਪਿਕ ਕਰ ਸਕਦੇ ਹੋ ਬੜੀ ਈਜ਼ੀਲੀ ਨਾਲ। ਅਤੇ 1430 ਪੇਜਾਂ ਦੀ ਇਹ ਕੰਬਾਈਨਡ ਬੁੱਕ ਹੈ ਜੋ ਗੁਰੂ ਗ੍ਰੰਥ ਸਾਹਿਬ ਹੈ, 1430 ਪੇਜਾਂ ਦਾ। ਕੋਈ ਵੀ ਨਵਾਂ ਸਟੈਬਲਿਸ਼ ਹੋਊਗਾ ਤਾਂ ਉਹਦੇ ਵਿੱਚ 1430 ਪੇਜ ਹੋਣੇ ਜ਼ਰੂਰੀ ਨੇਗੇ ਜੀ। ਹੁਣ ਇਸ ਦੀ ਜੋ ਰਿਸਾਈਟਿੰਗ ਹੁੰਦੀ ਹੈ, ਇਸ ਦਾ ਜੋ ਪਾਠ ਹੁੰਦਾ ਉਹ 3 ਤਰ੍ਹਾਂ ਦੇ ਹੁੰਦੇ ਨੇਗੇ। ਇੱਕ ਹੁੰਦਾ ਸਹਿਜ ਪਾਠ, ਜੋ ਠਹਿਰਾਵ ਦੇ ਨਾਲ ਹੁੰਦਾ, ਕਈ ਦਿਨਾਂ ਦਾ, 7 ਦਿਨਾਂ ਦਾ, 9 ਦਿਨਾਂ ਦਾ, ਇਸ ਤਰ੍ਹਾਂ ਦੇ ਠਹਿਰਾਵ ਦੇ ਨਾਲ ਹੁੰਦਾ। ਇੱਕ ਅਖੰਡ ਪਾਠ ਹੁੰਦਾ। ਅਖੰਡ ਪਾਠ ਦੇ ਵਿੱਚ ਕੀ ਹੁੰਦਾ ਕਿ ਜੋ ਬਾਣੀ ਆ ਉਹ ਲਗਾਤਾਰ ਚੱਲਦੀ ਹੈ ਅਤੇ ਰੁਕਣੀ ਨਹੀਂ ਚਾਹੀਦੀ ਉਹਦੇ ਵਿੱਚ, ਅਤੇ ਜਦੋਂ ਤੱਕ ਖਤਮ ਨਹੀਂ ਹੁੰਦੀ। ਬੇਸਿਕਲੀ 3 ਦਿਨਾਂ ਦਾ 48 ਘੰਟੇ ਦਾ ਹੁੰਦਾ ਇਹ। ਇੱਕ ਹੁੰਦਾ ਅਤੀ ਅਖੰਡ ਪਾਠ, ਉਹਦੇ ਵਿੱਚ ਕੀ ਹੁੰਦਾ, ਇੱਕ ਜਾਣਾ ਹੀ ਲਗਾਤਾਰ ਹੀ ਬੁੱਕ ਜੋ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦਾ ਰਹਿੰਦਾ ਗਾ, ਤਾਂ ਇੱਕ ਜਾਣਾ ਜੇ ਸਟਾਰਟਿੰਗ ਕਰਦਾ ਤਾਂ ਉਹੀ ਉਸ ਦਾ ਭੋਗ ਪਾਉਂਦਾ, ਇੱਕ ਜਾਣਾ ਲਗਾਤਾਰ ਹੀ ਉਸ ਨੂੰ ਪੜ੍ਹਦਾ, ਉਹ ਹੁੰਦਾ ਜੀ ਅਤੀ ਅਖੰਡ ਪਾਠ। ਇਹ 3 ਤਰ੍ਹਾਂ ਦੇ ਨਾਲ ਇਹਦੇ ਜੋ ਰੈਸੀਟੇਸ਼ਨ ਹੈਗੀ ਗੁਰੂ ਗ੍ਰੰਥ ਸਾਹਿਬ ਦੀ ਉਹ ਕੀਤੀ ਜਾਂਦੀ ਹੈ। ਹੁਣ ਇਹਦੇ ਵਿੱਚ 31 ਰਾਗ ਦਰਜ ਨੇ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਨ੍ਹਾਂ ਦੇ ਨਾਲ ਬਾਣੀ ਹੈ ਜੋ ਕਹਿਣ ਦਾ ਭਾਵ ਦਰਜ ਹੈਗੀ, ਜਿਹੜੇ ਰਾਗਾਂ ਦੇ ਵਿੱਚ ਉਹ ਗਾਣੀ ਚਾਹੀਦੀ। ਬੇਸਿਕਲੀ ਗੁਰੂ ਗ੍ਰੰਥ ਸਾਹਿਬ ਦੇ ਜਿੰਨੀ ਵੀ ਬਾਣੀ ਉਹ ਕਵਿਤਾ ਰੂਪ ਦੇ ਵਿੱਚ ਦਰਜ ਹੈ, ਤਾਂ ਹੀ ਉਹਨਾਂ ਦੇ ਰਾਗ ਦਿੱਤੇ ਹੋਏ ਨੇ, ਸਿਰਫ ਇੱਕ ਮੂਲ ਮੰਤਰ ਨੂੰ ਛੱਡ ਕੇ। ਇੱਕ ਓਂਕਾਰ ਤੋਂ ਲੈ ਕੇ ਜੋ ਆਪਣੇ ਲਈ ਮੂਲ ਮੰਤਰ ਹੈ ਉਹਦੇ ਲਈ ਕੋਈ ਰਾਗ ਨਹੀਂ ਹੈ, ਬਾਕੀ ਸਾਰੀ ਬਾਣੀ ਰਾਗਾਂ ਦੇ ਵਿੱਚ ਦਰਜ ਹੈਗੀ, ਜਿੰਨੀ ਵੀ ਬਾਣੀ ਹੈ 31 ਰਾਗਾਂ ਦੇ ਵਿੱਚ ਦਰਜ ਹੈ। ਇਹਦੇ ਵਿੱਚੋਂ ਤੁਹਾਡੇ ਲਈ ਆ ਜਾਂਦੇ ਨੇ ਸ਼੍ਰੀ ਰਾਗ, ਮਾਝ, ਗੌੜੀ, ਰਾਗ ਆਸਾ, ਗੁਜਰੀ, ਦੇਵਗੰਧਾਰੀ, ਬਿਹਾਗੜਾ, ਵੜਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ,
बैराड़ी तिलंग सूही, बिलावल गौंड रामकली, मारू तुखारी, भैरों बसंत सारंग, मलार प्रभाती, नद नारायण कल्याण कानड़ा, माली गौड़ा। तो इस दे विचों ये सारे राग ने जो गुरु रामदास ने आप देखा सीगा, बहुत ही वधिया पोइट सी, बहुत ही तगड़े पोइट से उन्होंने यूज़ किए हुए सी। बट इन्हों के ओनली दो केदार ते जय जयवंती ये गुरु रामदास ने नहीं यूज़ किए सी। सो बेसिकली ये अपनी गुरु ग्रंथ साहब के बारे जो इन्फॉर्मेशन होगी जी। आप देख लिया कि अपने 10 गुरुओं तो लैके कितना फिजिकल गुरु चले, उस तो बाद 11th अपने लवे बुक दे दी, होली बुक दे दी, जिन्होंने आप गुरु ग्रंथ साहब कहने अगे गुरु मनने के लिए सिखिज्म के सिखा कह दिता इस तो बाद तुहाडा यह गुरु होएगा। इन्नी को इन्फॉर्मेशन आई थिंक इस लिए सफिशेंट है। इस तो बाद आप करांगे जी बंदा बहादुर आया, उस तो बाद किदा अपने लवे तरुणा दल बुढ़ा दल आए, ये करते हुए आप मिसलों करते हुए मिसलों जो मेन हुई महाराजा रणजीत सिंह नूं करके एंग्लो सिख वार ते आई थिंक 2 लैक्चरां दे आप इसनूं अगे समाप्त कर देंगे। सो बेसिकली अज के लिए इन्ना ही सी जी, बाकी आप नैक्सट लैक्चर दे विच मिलते हैं। थैंक यू।